सिर तर तली गली मेरी आओ, इत मार्ग पैर त्रिजै, सिर दीजै कान ना कीजै। क्या जाना किव मरहेंगे, कैसा मरना होए। जे कर साहिब मन हो ना बिसरै, तां सहला मरना होए। मरनै ते जगत डरै, जीव्या लोड़ै सब कोए। गुर प्रसादी जीवत मरै, हुक्मै बूझै सोए। नानक ऐसी मरनी जो मरै, तां सद जीवन होए। सूरा सो पहचानिਐ, जो लरै दीन के हेत। पुरजा पुरजा कट मरै, कबहू ना छाड़ै खेत। वै प्रगट्यो मर्द अगमड़ा, वरेआम अकेला। वाह वाह गोबिंद सिंह, आपे गुर चेला। नासर औ मंसूर गुर गोबिंद सिंह, एजदी मंजूर गुर गोबिंद सिंह। हक रा गंजूर गुर गोबिंद सिंह, जुमला फैज़े नूर गुर गोबिंद सिंह। हक हक आगाह गुर गोबिंद सिंह। शाहे शहनशाह गुर गोबिंद सिंह। कमाल करामात कायम करीम, रज़ा बख्श राज़िक हाकुन रहीम। अमा बख्श बख्शिंदेव दस्तगीर, खता बख्श रोज़ी देहो दिल पजीर। शहनशाह वाली श्री गुरु ग्रंथ साहब महाराज जी दी पावन हजूरी दे अंदर सफ़र शहादत दे समागमां दी अज आप तीसरी हाज़री भर रहे हो। धन सतगुरु श्री गुरु गोबिंद सिंह साहब महाराज जी दे दो लखते जिगर, दो प्यारे धन सतगुरु श्री गुरु गोबिंद सिंह साहब महाराज जी चमकौर दी गड़ी छड्डण लग्गियां उन्हां नूं आखिरी वार अपने दीदने तो वेखदे ने ते बचन इतिहासकार लिखदा है कि गड़िए चमकौर दिए तू सांभ के रखी इत्थे मेरे प्यारे लाल सुते। मोया होए भी जो मुस्काउंदे ने, ये मेरे प्यारे सिंह लाल सुते। मैनू भाउंदी दिलदारी है खालसे दी, मत कोई आखे कि कला सिंह शहीद करवा चलिया। मैनू भाउंदी दिलदारी खालसे दी, नाल अजीत ते जुझार सुला चलिया। धन सतगुरु गुरु गोबिंद सिंह साहब महाराज जी दे लखते जिगर बाबा अजीत सिंह, बाबा जुझार सिंह कहना सुख है, पर अखां अगे दोनों नूं शहीद करवा के ये कह देना कि तेरा किया मीठा लागै हर नाम पदारथ नानक मंगै। शहादत दा पुत्रां ने जाम पीता है, तो पिता जी ये कहिंदे गुरु गोबिंद सिंह महाराज जी, मेरा मुझ में किछ नहीं। बचन कबीर साहब दा सच गुरु गोबिंद सिंह साहब महाराज जी करके दिखाते हैं। मेरा मुझ में किछ नहीं, जो किछ है सो तेरा, तेरा तुझको सौंपते क्या लागे मेरा। जे मेरा होंदा
ਤੇ ਮੈਂ ਅਫਸੋਸ ਮਨਾਉਂਦਾ ਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੇ ਜਾਮੇ ਵਿੱਚ ਇਹ ਜ਼ਿਕਰ ਕਰਦੇ ਨੇ, ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਅਬ ਪਰਵਤਗਾਰ। ਦੁਨੀਆ ਮੁਕਾਮੇ ਫਾਨੀ, ਦੁਨੀਆ ਦਾ ਅੰਤ ਫਨਾ ਹੋਣਾ ਹੀ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਜੇ ਖਿੜੇ ਮੱਥੇ ਕੋਈ ਇਸ ਧਰਤੀ ਤੋਂ ਸੱਚ ਲਈ ਲੜ ਕੇ ਮਰਦਾ ਉਹਦਾ ਮਰਨਾ ਕਬੂਲ ਹੈ। ਤੇ ਔਰੰਗਜ਼ੇਬ ਜੇ 70-80 ਸਾਲ ਅੰਨ ਮੈਲਾ ਕਰਕੇ ਹੀ ਮਰਨਾ, ਜੇ ਤਨ ਨੂੰ ਭਿੱਟ ਕੇ ਹੀ ਮਰਨਾ, ਫਿਰ ਉਹ ਮਰਨਾ ਪ੍ਰਵਾਨ ਨਹੀਂ ਹੈ ਜੀ। ਬਖਸ਼ੋ ਅਸੀਸ, ਥੋੜ੍ਹੀ ਜਿਹੀ ਈਕੋ ਘਟਾਇਓ। ਆਪ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਕਿਉਂਕਿ ਹੁਣੇ ਮੰਗਲਾ ਚਰਨ 'ਚ ਆਪ ਜੀ ਨੇ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹੇ ਨੇ। ਅੱਜ ਥੋੜ੍ਹਾ ਜਿਹਾ ਬਾਣੀ ਦਾ ਪੱਖ ਹੋਰ ਵੇਖਾਂਗੇ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਤੋਂ ਨਿਰਮੋਹ ਹੋ ਕੇ ਜਾ ਰਹੇ ਹੈ, ਮੋਹ ਤੋਂ ਨਿਰਲੇਪ ਹੋ ਕੇ ਜਾ ਰਿਹਾ ਹੈ, ਤੇ ਇਹ ਕਿਉਂ, ਇਹ ਕਿਵੇਂ ਸੱਚ ਵਰਤਿਆ? ਕੱਲ੍ਹ ਜ਼ਿਕਰ ਕੀਤਾ ਸੀ, ਯਕੂਬ ਦੀਆਂ ਅੱਖਾਂ ਚਲੀ ਗਈਆਂ ਆਪਣੇ ਪੁੱਤਰ ਯਾਸਵ ਦੇ ਵਿਛੋੜੇ ਨੂੰ ਸੁਣ ਕੇ। ਵੱਡੇ ਵੱਡੇ ਕਹਾਉਣ ਵਾਲੇ ਹਜ਼ਰਤ ਮੂਸਾ ਕਹਿੰਦਾ, ਮੇਰੀ ਅੱਖਾਂ 'ਚ ਪੱਟੀਆਂ ਬੰਨ੍ਹ ਦਿਓ, ਮੈਂ ਆਪਣੇ ਪੁੱਤਰ ਦਾ ਵਿਛੋੜਾ ਨਹੀਂ ਜਰ ਸਕਦਾ। ਸ੍ਰੀ ਰਾਮ ਦਾ ਵਿਛੋੜਾ ਸੁਣ ਕੇ ਉਹਨਾਂ ਦਾ ਪਿਤਾ ਉਹ ਕਹਿੰਦਾ, ਮੈਂ ਸਵਾਸ ਤਿਆਗਾਂਗਾ ਤਾਂ ਮੇਰਾ ਪੁੱਤਰ ਬਨਵਾਸ ਜਾਏਗਾ। ਹਜ਼ਰਤ ਮੂਸਾ ਤੋਂ ਬਾਅਦ ਮੁਹੰਮਦ ਸਾਹਿਬ ਆਪਣੇ 6 ਮਹੀਨੇ ਦੇ ਪੁੱਤਰ, ਜਿਹੜੀ ਉਹਦੀ ਈਸਾਈ ਪਤਨੀ ਮਰੀਅਮ ਦੇ ਕੁੱਖੋਂ ਜੰਮਿਆ, ਉਹ ਮਰ ਗਿਆ, ਉਹ ਅੱਲਾ ਨੂੰ ਪਿਆਰਾ ਹੋ ਗਿਆ। ਤੇ ਦੁਨੀਆ ਦੇ ਲੋਕ ਕਹਿੰਦੇ ਹਜ਼ਰਤ ਮੁਹੰਮਦ ਦਾ ਦਾੜਾ ਅਥਰੂਆਂ ਦੇ ਨਾਲ ਚੌਂਦਾ ਸੀ। ਪਰ ਇੱਕ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ, ਪਰ ਇਹ ਦਾਤ ਆਈ ਕਿੱਥੋਂ? ਆਓ ਅੱਜ ਇਸ ਦਾਤ ਦੇ ਦਰਸ਼ਨ ਕਰੀਏ। ਤੇ ਨਾਲ ਜਿਨ੍ਹਾਂ ਦੇ ਅੱਜ ਦਰਸ਼ਨ ਕਰਨੇ ਨੇ, ਮੈਂ ਪਹਿਲਾਂ ਹੀ ਕਹਿ ਦਾਂ, ਕਿਉਂਕਿ ਕੱਲ੍ਹ ਸਤਿਕਾਰਯੋਗ ਗੁਰਮੁਖ ਪਿਆਰਿਆਂ ਦਾ ਫੋਨ ਆਇਆ ਸੀ, ਭਾਈ ਸਾਹਿਬ ਆਹ ਵਾਲੀ ਸਾਖੀ ਵੀ ਰਹਿ ਗਈ, ਇਹ ਵੀ ਨਹੀਂ ਤੁਸੀਂ ਇਹ ਗੱਲ ਕੀਤੀ। ਭਾਈ ਹੱਥ ਜੋੜ ਕੇ ਮੈਂ ਕਹਿੰਦਾ, ਇੱਕ ਸਾਖੀ ਜਿਹੜੀ ਦਾਸ ਇੱਥੇ ਜ਼ਿਕਰ ਕਰੇਗਾ 28 ਤਰੀਕ ਦੇ ਸਮਾਗਮਾਂ ਤੱਕ ਸਾਰੀਆਂ ਕਰਾਂਗੇ ਜੀ। ਇਹ ਨਾ ਸੋਚਿਓ ਕਿ ਜੇ ਜ਼ਿਕਰ ਕੀਤਾ ਤੇ ਅਸੀਂ ਵਿਚਾਰ ਨਹੀਂ ਕਰਾਂਗੇ। ਜਿਹਦਾ ਜ਼ਿਕਰ ਕੀਤਾ ਸਤਿਗੁਰੂ ਜੀ ਦੇ ਅੱਗੇ ਅਰਜ਼ੋਈ ਕਰਾਂਗੇ, ਸਤਿਗੁਰੂ ਜੀ ਆਪ ਹੀ ਸਾਰੀ ਵਿਚਾਰ ਕਰਾਇਓ। ਕੁਝ ਕੁ ਆਰਟੀਕਲ, ਕਿਉਂਕਿ ਹੁਣ ਦਾਸ ਕੋਲ ਸੀਸਗੰਜ ਮੈਗਜ਼ੀਨ ਦੀ ਐਡੀਟਰਸ਼ਿਪ ਹੈ, ਜਾਣਦੇ ਆ ਭੈਣ ਜੀ ਹੋਰੀ ਬੈਠੇ ਨੇ, ਉਹਨਾਂ ਵਿੱਚ ਵੀ ਕੁਝ ਖਾਸ ਆਰਟੀਕਲ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਿਤ ਐਤਕੀ ਪਾਏ ਨੇ। ਕੁਝ ਕੁ ਖੋਜ ਹੋਰ ਨਵੀਂ ਕੀਤੀ ਹੈ। ਬੰਗਲਾ ਸਾਹਿਬ ਦੀ ਕਥਾ ਤੋਂ ਤਕਰੀਬਨ 6-7 ਮਹੀਨੇ ਪਹਿਲਾਂ ਦਾਸ ਨੇ 2 ਸਿੱਖਾਂ ਦਾ ਜ਼ਿਕਰ ਕੀਤਾ ਸੀ, ਭਾਈ ਰਾਮਾ ਤੇ ਤ੍ਰਿਲੋਕਾ। ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੇ ਵਿੱਚ ਸ਼ਮੂਲੀਅਤ ਭਰਦੇ ਨੇ। ਹੁਣ ਅੱਜ ਆਪਾਂ ਕਿਹਦੇ ਦਰਸ਼ਨ ਕਰਨੇ ਆ? ਦੇਖੋ, ਇੱਕ ਬੀਬੀ ਸ਼ਰਨ ਕੌਰ, ਜਿਨ੍ਹਾਂ ਨੇ ਸਾਹਿਬਜ਼ਾਦੇ ਤੇ ਗੁਰੂ ਕੇ ਸਿੱਖਾਂ ਦੀਆਂ ਇਹ ਪਾਵਨ ਦੇਹਾਂ ਨੂੰ ਸਾਂਭ ਕੇ ਚਿਖਾ ਚਿਣੀ ਹੈ। ਭਾਈ ਰਾਮਾ ਤੇ ਤ੍ਰਿਲੋਕਾ ਉੱਥੇ ਮੌਜੂਦ ਨੇ। ਲੱਕੜਾਂ ਇਹਨਾਂ ਨੇ ਇਕੱਠੀਆਂ ਕੀਤੀਆਂ ਨੇ। ਬੀਬਾ ਸ਼ਰਨ ਕੌਰ ਦਾ ਇਹਨਾਂ ਨੇ ਪੂਰਾ ਸਾਥ ਦਿੱਤਾ ਸੇਵਾ ਦੇ ਵਿੱਚ। ਪਰ ਸ਼ਹਾਦਤ ਦਾ ਜਾਮ ਬੀਬੀ ਸ਼ਰਨ ਕੌਰ ਪੀਂਦੀ ਹੈ, ਇਹ 2 ਸਿੱਖ ਬਚ ਜਾਂਦੇ ਨੇ। ਇਹ ਗੁਰੂ ਦੀ ਕਲਾ ਹੈ। ਕਿਉਂਕਿ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਸਤਿਗੁਰੂ ਜੀ ਪੁੱਤਰ, ਮਹਾਰਾਜ ਕਹਿੰਦੇ ਜਿਹੋ ਜਿਹੇ ਸਿੰਘ ਉਹੋ ਜਿਹੇ ਪੁੱਤਰ। ਕਹਿੰਦੇ ਸਾਂਭੇਗਾ ਕੌਣ? ਕਹਿੰਦੇ ਸਾਂਭਣ ਵਾਲਾ ਵੀ ਆ ਜਾਏਗਾ। ਇਹ ਬਚਨ ਸੀ। ਇਸ ਤੋਂ ਬਾਅਦ ਇੱਕ ਭਾਈ ਦਿਆਲ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਇਹ ਥਾਵਾਂ ਲੱਭੀਆਂ ਨੇ, ਇਹ ਥਾਵਾਂ ਪ੍ਰਗਟ ਕੀਤੀਆਂ ਨੇ। ਖਾਸ ਕਰ ਇਹਨਾਂ 4 ਗੁਰਸਿੱਖਾਂ ਦਾ, ਬੀਬੀ ਸ਼ਰਨ ਕੌਰ, ਇਸ ਤੋਂ ਬਾਅਦ ਭਾਈ ਰਾਮਾ ਤੇ ਤ੍ਰਿਲੋਕਾ, ਭਾਈ ਦਿਆਲ ਸਿੰਘ ਜਿਨ੍ਹਾਂ ਨੇ ਇਹ ਥਾਂ ਪ੍ਰਗਟ ਕੀਤੀ, ਥਾਂ ਲੱਭੀ, ਤੇ ਇੱਕ ਬੀਬੀ ਹੋਰ, ਬੀਬੀ ਮੁਮਤਾਜ਼, ਜਿਹੜੀ ਕੋਟਲਾ ਨਿਹੰਗ ਖਾਂ ਦੀ ਧੀ ਹੈ, ਜਿੱਥੇ ਸਤਿਗੁਰੂ ਜੀ ਰੁਕੇ ਨੇ। ਇਹਨਾਂ ਦੀਆਂ ਸਾਖੀਆਂ ਅੱਜ ਕਰਕੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਫਿਰ
ਜਿਹੜੀਆਂ ਉਹਨਾਂ ਦੀਆਂ ਯਾਤਰਾਵਾਂ ਨੇ, ਸਫ਼ਰ ਨੇ, ਬੜੇ ਦੁਖਦਾਈ ਨੇ ਭਾਈ। ਕੁੰਮੇ ਮਾਸ਼ਕੀ ਤੋਂ ਛਕਿਆ ਹੋਇਆ ਪ੍ਰਸ਼ਾਦਾ ਗੰਗੂ ਆਪਣੇ ਘਰ ਲੈ ਗਿਆ। ਉਹਨੇ ਐਸੀ ਰੋਟੀ ਦਿੱਤੀ, ਮਹਾਰਾਜ ਕਹਿੰਦੇ ਇਹ ਰੋਟੀ ਹਮਰੇ ਕਾਗ ਕੁਕਰ ਨਹਿ ਖਾਏ, ਸਾਡੇ ਘਰ ਦੇ ਤੇ ਕਾਂ ਕੁੱਤੇ ਨਹੀਂ ਖਾਂਦੇ ਜਿਹੜੀ ਤੂੰ ਰੋਟੀ ਲੈ ਕੇ ਆਇਆ। ਨਹੀਂ ਚਿੱਥੀ ਗਈ ਸਾਹਿਬਜ਼ਾਦਿਆਂ ਕੋਲ। ਭੁੱਖ ਵੀ ਇੱਕ ਤਸ਼ੱਦਦ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਸਿੰਘਾਂ ਨਾਲ, 15 ਦਿਨ ਭੁੱਖਾ ਰੱਖਿਆ ਗਿਆ। ਤਸ਼ੱਦਦ ਹੈ। ਸਵਾ ਮਣਾਂ ਦੇ ਪੀਸਣ ਵਾਲੀ ਬੀਬੀਆਂ ਨੇ ਆਪਣੇ ਪੁੱਤਰ ਧੀਆਂ ਦੇ ਹਾਰ ਗਲ 'ਚ ਪਵਾਏ। ਉਹਨਾਂ ਨੂੰ ਸਾਰਾ ਦਿਨ ਅੱਧੀ ਰੋਟੀ ਅਤੇ ਅੱਧਾ ਗਲਾਸ ਪਾਣੀ ਦਿੱਤਾ ਜਾਂਦਾ ਸੀ। ਭੁੱਖ ਤਸ਼ੱਦਦ ਹੈ। ਅਤੇ ਅੱਜ ਦੇ ਦਿਨ ਸਾਹਿਬਜ਼ਾਦਿਆਂ ਨੂੰ ਗੰਗੂ ਨੇ, ਜ਼ਾਲਮ ਗੰਗੂ ਨੇ ਮੋਰਿੰਡੇ ਦੇ ਨਵਾਬ ਕੋਲੋਂ ਗ੍ਰਿਫਤਾਰੀ ਕਰਾਈ ਹੈ। ਅਤੇ ਕਿਵੇਂ ਲੈ ਕੇ ਗਏ ਨੇ ਪਤਾ ਹੈ? ਬੋਰੀਆਂ ਦੇ ਵਿੱਚ ਭਰ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਨੂੰ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੱਡੇ ਉੱਤੇ ਸਵਾਰ ਕਰਕੇ ਭਰ ਸਰਦੀ ਦੇ ਤਸ਼ੱਦਦ ਦੇ ਵਿੱਚ ਭੁੱਖੇ ਪਾਣੇ ਉਹਨਾਂ ਨੂੰ ਲੈ ਕੇ ਗਏ ਨੇ। ਦੇਖੋ, ਇਹ ਭਾਵਨਾ ਜੇ ਪੈਦਾ ਹੋਏਗੀ ਤੇ ਤਾਂ ਇਹ ਗੱਲ ਸਮਝ ਸਕਾਂਗੇ, ਨਹੀਂ ਤੇ ਦਾਸ ਬੋਲ ਕੇ ਚਲਾ ਜਾਏਗਾ, ਤੁਸੀਂ ਸੁਣ ਕੇ ਚਲੇ ਜਾਓਗੇ। ਸੰਗਤ 'ਚ ਬੈਠਿਆਂ ਇੱਕ ਅਰਦਾਸ ਕਰੋ, ਸਾਧ ਸੰਗਤ ਬਿਨਾ ਭਾਉ ਨਹੀਂ ਊਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਵ ਜਿੰਨਾ ਚਿਰ ਤੱਕ ਪੈਦਾ ਨਹੀਂ ਹੋਇਆ, ਭਗਤੀ ਪ੍ਰਵਾਨ ਨਹੀਂ ਹੈ। ਕਰੋ ਮਨੋਬਿਰਤੀਆਂ ਇਕਾਗਰ, ਬਖਸ਼ੋ ਅਸੀਸ, ਬਸ ਧਿਆਨ ਸਿਰਫ ਔਰ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਸਿਰਫ ਔਰ ਸਿਰਫ ਚੋਜੀ ਪ੍ਰੀਤਮ ਦਾ, ਇਤਿਹਾਸ ਉਹਨਾਂ ਦੇ ਸਿੱਖਾਂ ਦਾ, ਉਹਨਾਂ ਦੇ ਸਾਹਿਬਜ਼ਾਦਿਆਂ ਦਾ ਵਿਚਾਰੀਏ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਚਮਕੌਰ ਦੀ ਗੜੀ ਤੋਂ ਨਿਕਲੇ ਨੇ, ਪੀਰੇ ਹਿੰਦ ਮੈਂ ਰਵਦ ਤਾੜੀ ਮਾਰੀ ਹੈ। ਉਹ ਸਫ਼ਰ ਤਕਰੀਬਨ 8 ਪਿੰਡਾਂ ਤੋਂ ਹੋ ਕੇ ਜਾਂਦਾ ਹੈ। ਅੱਜ ਵੀ ਉਹ ਪਿੰਡ ਉਹੋ ਜਿਹੇ ਨੇ ਪੁਰਾਤਨ, ਅੱਜ ਵੀ ਕੁਛ ਰਸਤੇ ਉਹੋ ਜਿਹੇ ਨੇ ਜਿਨ੍ਹਾਂ ਰਸਤਿਆਂ ਤੋਂ ਗੁਰੂ ਸਾਹਿਬ ਨਿਕਲੇ ਨੇ। ਵਿੱਚ ਤਕਰੀਬਨ ਇੱਕ ਲੰਬਾ ਸਫ਼ਰ, ਲੰਬੀ ਪਗਡੰਡੀ ਜਿਹੜੀ 10 ਕਿਲੋਮੀਟਰ ਦੀ ਹੈ, ਉਹ ਕੱਚੀ ਹੈ ਅਜੇ ਵੀ। ਔਰ ਸਤਿਗੁਰੂ ਜੀ ਇਸ ਤੋਂ ਬਾਅਦ ਸਿੱਧਾ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨੇ, ਜਿਨ੍ਹਾਂ ਨੂੰ ਇਤਿਹਾਸਕਾਰ ਲਿਖਦੇ ਆ ਕਿ ਗੁਲਾਬੇ ਅਤੇ ਪੰਜਾਬੇ ਦਾ ਇਹ ਬਾਗ ਹੈ। ਇਹ ਸਤਿਗੁਰੂ ਜੀ ਦੇ ਦਰ ਦੇ ਮਸਨਦ ਨੇ, ਜਾਣਦੇ ਨੇ, ਗੁਰੂ ਦੇ ਦਰ ਤੋਂ ਵਪਾਰ ਕਰਦੇ ਨੇ, ਗੁਰੂ ਕੇ ਘਰ ਦਾ ਹੀ ਖਾਂਦੇ ਨੇ, ਅਤੇ ਗੁਰੂ ਰਾਹੀਂ ਹੀ ਇਹਨਾਂ ਦੀ ਉਪਜੀਵਿਕਾ ਅਤੇ ਇਹਨਾਂ ਦੀ ਉਸ ਪਿੰਡ ਦੇ ਵਿੱਚ ਤੂਤੀ ਬੋਲਦੀ ਹੈ। ਉਹਦੇ ਨੌਕਰ ਨੇ ਦੇਖਿਆ ਕਿ ਕੋਈ ਇੱਥੇ ਵੱਖਰੇ ਹੀ ਜਾਹੋ ਜਲਾਲ ਵਾਲਾ ਆ ਕੇ ਬੈਠਾ ਹੈ, ਪਰ ਲੀੜੇ ਪਾਟੇ ਪਏ ਨੇ, ਤਨ ਦੇ ਉੱਤੇ ਜ਼ਖਮਾਂ ਦੇ ਨਿਸ਼ਾਨ ਨੇ, ਇੱਥੋਂ ਤੱਕ ਚਿਹਰੇ 'ਤੇ ਵੀ ਜ਼ਖਮ ਨੇ, ਪੈਰ ਸੁੱਜੇ ਪਏ ਨੇ ਛਾਲਿਆਂ ਨਾਲ ਅਤੇ ਜ਼ਖਮਾਂ ਨਾਲ। ਪਰ ਸਤਿਗੁਰੂ ਜੀ ਸੱਜੇ ਪਾਸੇ ਕਿਰਪਾਨ ਫੜ ਕੇ ਅਤੇ ਖੱਬੀ ਬੱਖੀ ਨੂੰ ਥੱਲੇ ਦੇ ਕੇ ਹੱਥ ਰੱਖ ਕੇ ਘੜੀ ਨੇਤਰ ਨੂੰ ਬੰਦ ਕਰਦੇ ਨੇ। ਠੰਡ ਹੈ, ਪਿੱਛੇ ਝਾੜ ਹੈ, ਬਿਲਕੁਲ ਝਾੜ ਦੇ ਅੱਗੇ ਸਤਿਗੁਰੂ ਜੀ, ਜਿੱਥੋਂ ਪਿੱਛੋਂ ਕੋਈ ਨਹੀਂ ਆ ਸਕਦਾ, ਜਿੱਥੋਂ ਆਉਣ ਵਾਲਾ ਰਸਤਾ ਹੈ, ਸਤਿਗੁਰੂ ਜੀ ਆਪਣਾ ਮੁਖ ਉਸ ਪਾਸੇ ਕਰਕੇ ਅਤੇ ਹੱਥ ਦੇ ਵਿੱਚ ਤੇਗ ਲੈ ਕੇ ਅਸ ਕਿਰਪਾਨ ਖੰਡੋ ਖੜਗ ਤਪਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ, ਉਸ ਤਾਕਤ ਨੂੰ ਲੈ ਕੇ ਬੈਠੇ ਨੇ। ਕਈ ਘੰਟਿਆਂ ਸਤਿਗੁਰੂ ਜੀ ਦੀ ਅੱਖ ਲੱਗੀ ਹੈ। ਸਤਿਗੁਰੂ ਜੀ ਨੇ ਉੱਥੋਂ ਖੂਹ 'ਚੋਂ ਟਿੰਡ ਪਾਣੀ ਭਰਿਆ, ਟਿੰਡ ਨੂੰ ਪੱਟ ਕੇ ਉਹਦਾ ਹੀ ਸਰਾਣਾ ਲਾ ਕੇ ਸਤਿਗੁਰੂ ਜੀ ਪਏ ਨੇ। ਅਤੇ ਇੰਨੇ ਨੂੰ ਜਿਸ ਤਾਰੇ ਦੀ ਸੀਧ ਵਿੱਚ ਸਤਿਗੁਰੂ ਜੀ ਨੇ ਆਉਣ ਨੂੰ ਕਿਹਾ, ਉਸ ਤਾਰੇ ਦੀ ਸੀਧ ਦੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਪਹੁੰਚੇ ਨੇ। ਉੱਥੇ ਹੀ ਉਹਦੇ ਨੌਕਰ ਨੂੰ ਪੁੱਛਿਆ ਕਿ ਇੱਥੇ ਕੋਈ ਆਇਆ, ਅਤੇ ਉਹਨੇ ਇਹ ਜਵਾਬ ਦਿੱਤਾ ਕਿ ਤੁਹਾਡੇ ਵਰਗਾ ਉਹ ਸਾਹਮਣੇ ਆਰਾਮ ਕਰਦਾ ਹੈ। ਉੱਥੋਂ ਹੀ ਉਹਨਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਅੱਖਾਂ ਤਿੰਨਾਂ ਗੁਰਸਿੱਖਾਂ ਦੀਆਂ ਭਰ ਆਈਆਂ, ਕਿਉਂਕਿ ਮਨ ਦੇ ਵਿੱਚ ਤਾਂ ਇਹੀ ਅਹਿਸਾਸ ਸੀ ਨਾ, ਸਾਨੂੰ ਕੌਣ ਜਾਣਦਾ ਸੀ। ਕੱਲ੍ਹ ਵੀ ਜ਼ਿਕਰ ਕੀਤਾ, ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ, ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ
तू ही ढरै, नीचह ऊच करे मेरा गोबिंद, काहू ते ना डरे। ਕਿਰਪਾ ਕੀਤੀ ਸਤਿਗੁਰ ਜੀ। ਪਰ ਸਤਿਗੁਰ ਜੀ ਦੇ ਕੋਲ ਗਏ ਤੇ ਸਤਿਗੁਰ ਜੀ ਆਰਾਮ ਵਿਸ਼ਰਾਮ ਦੇ ਵਿੱਚ ਹੈ। ਖੜਕਾ ਹੋਇਆ, ਸਤਿਗੁਰ ਜੀ ਨੇ ਅੱਖ ਖੋਲੀ ਤੇ ਤੇਗ ਨੂੰ ਧਾਉਣ ਲੱਗੇ ਤੇ ਅੱਗੇ ਗੁਰਸਿੱਖ ਪਿਆਰੇ ਸਤਿਗੁਰੂ ਜੀ ਨੂੰ ਵੇਖ ਕੇ ਭਾਈ ਦਇਆ ਸਿੰਘ ਭੁੱਬਾਂ ਮਾਰ ਕੇ ਰੋਏ ਨੇ। ਇਹ ਵਿਰਾਗ ਹੈ, ਇਹ ਅੰਦਰ ਦਾ ਦਰਦ ਹੈ ਜਿਹੜਾ ਛਲਕ ਕੇ ਬਾਹਰ ਆਇਆ। ਕਿਉਂਕਿ ਦੇਖ ਲਿਆ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਪੁੱਤਰਾਂ ਦਾ ਮੂੰਹ ਨਹੀਂ ਢੱਕਿਆ। ਕਹਿੰਦੇ ਜੇ ਸਿੰਘਾਂ ਦਾ ਢੱਕੋਗੇ ਤੇ ਤਾਂ ਜੁੱਤੀ ਪਾ ਕੇ ਚਮਕੌਰ ਦੀ ਗੜੀ 'ਚੋਂ ਨਹੀਂ ਲੰਘਣਾ, ਕਿਉਂਕਿ ਸਿੰਘਾਂ ਦੇ ਕੇਸ ਤੇ ਕੰਘੇ ਕਿਰਪਾਨਾਂ ਨੇ। ਵਾਹ ਸਤਿਗੁਰ ਵਾਹ, ਬਲਹਾਰ ਜਾਈਏ। ਕਥਨੀ ਤੇ ਕਰਨੀ ਦਾ ਪੂਰਾ ਸੱਚਾ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਦੇ ਸਾਰੇ ਜ਼ਖਮਾਂ 'ਤੇ ਉਹਨਾਂ ਨੇ ਪਾਣੀ ਫੇਰਿਆ, ਪਾਣੀ ਭਰਿਆ ਖੂਹ 'ਚੋਂ, ਪਾਣੀ ਵੀ ਠੰਡਾ। ਪਰ ਕਰੀਏ ਕੀ, ਸਤਿਗੁਰ ਜੀ ਦਾ ਚੋਲਾ ਤੇ ਸਤਿਗੁਰ ਜੀ ਦੇ ਕਛਹਿਰੇ ਦੀ ਜਿਹੜਾ ਪਹੁੰਚਾ ਹੈ ਉਹ ਜ਼ਖਮਾਂ ਦੇ ਅੰਦਰ ਧੱਸ ਗਿਆ ਸੀ। ਭਾਈ ਵੀਰ ਸਿੰਘ ਲਿਖਦੇ ਹੈ ਕਿ ਸਤਿਗੁਰ ਜੀ ਦੇ ਪੱਟਾਂ ਦੇ ਵਿੱਚੋਂ ਪਾਣੀ ਮਾਰ ਮਾਰ ਕੇ ਲਹੂ ਸੁਖਾ ਕੇ, ਲਹੂ ਗਿੱਲਾ ਕਰਕੇ ਉਹ ਜ਼ਖਮਾਂ ਵਿੱਚੋਂ ਕੱਪੜਾ ਵੱਖ ਕੀਤਾ ਗਿਆ। ਲਹੂ ਸਾਰੇ ਤਨ ਲੱਤਾਂ ਦੇ ਵਿੱਚ ਭਰਿਆ ਹੋਇਆ ਸੀ, ਤਾਂ ਵੀ ਸੱਚੇ ਪਾਤਸ਼ਾਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਸਹਿਣਾ। ਅਤੇ ਬਾਣੀ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਹਿਲਾ ਜ਼ਫਰਨਾਮਾ ਭੇਜਿਆ ਔਰੰਗਜ਼ੇਬ ਨੂੰ। ਦੇਖੋ ਜੇ ਅਸੀਂ ਕਹਿੰਦੇ ਹਾਂ ਕਿ 8 ਸਾਲ ਦੀ ਉਮਰ ਕੀ ਹੁੰਦੀ ਹੈ, ਪਰ ਯਾਦ ਰੱਖਿਓ ਦੀਵਾ ਭਾਵੇਂ ਵੱਡਾ ਹੋਏ ਤੇ ਦੀਵਾ ਭਾਵੇਂ ਛੋਟਾ ਹੋਏ, ਜੋਤ ਉਹਦੇ ਵਿੱਚ ਇੱਕੋ ਜਿਹੀ ਬਲਦੀ ਹੈ, ਚਾਨਣ ਇੱਕੋ ਜਿਹਾ ਹੁੰਦਾ ਹੈ। ਕਦੀ ਸ਼ੰਕਾ ਨਾ ਕਰਿਓ ਗੁਰੂ ਹਰਕ੍ਰਿਸ਼ਨ ਸਾਹਿਬ 'ਤੇ। ਔਰੰਗਜ਼ੇਬ ਨੇ ਕਿਹਾ ਕਿ ਮੈਂ ਮਿਲਣਾ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਕਹਿੰਦੇ ਫਿਰ ਕੋਈ ਹੁਕਮ, ਕੋਈ ਗੱਲ, ਕੋਈ ਬਾਤ। ਤੇ ਹੁਕਮਨਾਮਾ ਜਿਹੜਾ ਲਿਖ ਕੇ ਦਿੱਤਾ ਮਹੱਲਾ ਪਹਿਲਾ, ਇਹ ਸਿੱਖ ਜਗਤ ਦਾ ਪਹਿਲਾ ਹੁਕਮਨਾਮਾ ਹੈ ਜਿਹੜਾ ਦਿੱਲੀ ਦੇ ਬੰਗਲਾ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਲਿਖਿਆ। ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ। ਆਹੀ ਕੁਛ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਲਿਖ ਕੇ ਭੇਜਿਆ। ਕੀ ਖਾਣਾ ਤੇ ਕੀ ਪੀਣਾ, ਕੀ ਸੇਜਾਂ ਤੇ ਸੋਹਣਾ, ਕੀ ਰਜਾਈਆਂ ਤੇ ਕੀ ਮਖਮਲੀ ਬਿਸਤਰੇ, ਰੱਬ ਨੂੰ ਵਿਸਾਰ ਕੇ ਸਭ ਕੁਝ ਤ੍ਰਿਗ ਹੈ। ਕਿਆ ਖਾਧਾ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵਹਿ ਮਹਿਲੀ ਵਾਸ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜਹ ਭੋਗ ਬਿਲਾਸ। ਨਾਨਕ ਸੱਚੇ ਨਾਮ ਬਿਨ ਸਭੇ ਢੋਲ ਵਿਨਾਸ਼। ਸਭ ਦੁੱਖ ਦੇਣ ਵਾਲੇ ਨੇ। ਤੇ ਸਾਹਿਬ ਜੀ ਨੇ ਕਿਹਾ ਇਹ ਦੁੱਖ ਹੀ ਬਣੇਗਾ, ਇਹ ਦੁੱਖਾਂ ਦਾ ਕਾਰਨ ਹੀ ਬਣੇਗਾ ਕਿ ਸੁਖ ਮੰਗਤ ਦੁੱਖ ਆਗੇ ਆਵੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਅਸੀਂ ਸੁੱਖ ਲਈ ਤਿਆਰ ਹਾਂ, ਅਸੀਂ ਮਾਣ ਲਈ ਤਿਆਰ ਹਾਂ, ਸਾਨੂੰ ਇੱਥੇ ਕੋਈ ਸਰੋਪਾ ਦੇ ਤਿਆਰ ਹਾਂ। ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਪਮਾਨ ਲਈ ਕੋਈ ਤਿਆਰ ਨਹੀਂ ਹੈ, ਨਿੰਦਾ ਲਈ ਅਸੀਂ ਤਿਆਰ ਨਹੀਂ ਹਾਂ, ਦੁੱਖਾਂ ਦੀ ਤਿਆਰੀ ਨਹੀਂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਕੀਤਾ ਕੀ ਹੈ, ਕਰਨੋ ਹੁਤੋ ਸੋ ਨਾ ਕੀਓ। ਜਪੋ ਜੀ, ਕਰਨੋ ਹੁਤੋ। ਸਤਿਗੁਰੂ ਜੀ ਕਹਿੰਦੇ ਦੁੱਖਾਂ ਦੀ ਤਿਆਰੀ ਨਹੀਂ ਕੀਤੀ ਤੇ ਫਿਰ ਕੀਤਾ ਕੀ, ਅਪਮਾਨ ਦੀ ਤਿਆਰੀ ਨਹੀਂ ਕੀਤੀ ਤੇ ਫਿਰ ਸਿੱਖ ਦਾ ਜੀਵਨ ਕੀ। ਤੇ ਜੇ ਮੌਤ ਦੀ ਤਿਆਰੀ ਨਹੀਂ ਕੀਤੀ ਤੇ ਪਹਿਲਾ ਮਰਨ ਕਬੂਲ, ਤੇ ਫਿਰ ਸਿੱਖ ਦਾ ਪਹਿਲਾ ਕਦਮ ਹੀ ਮਰਨ ਕਬੂਲ ਹੈ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ। ਤੇ ਮਹਾਰਾਜ ਕਿਹੜੀ ਤਿਆਰੀ ਕਰੀਏ, ਦਾਦਾ ਗੁਰੂ ਤੇਗ ਬਹਾਦਰ ਸਾਹਿਬ ਦੱਸੋ। ਤਿਆਰੀ ਹੈ ਜੋ ਨਰ ਦੁੱਖ ਮੈਂ, ਜਪੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਤੇ ਇਹ ਤਿਆਰੀ ਹੈ। ਨਹਿ ਨਿੰਦਿਆ ਨਹਿ ਉਸਤਤ ਜਾਕੈ। ਜੇ ਕੋਈ ਮਾਣ ਕਰ ਦੇ ਤੇ ਫਿਰ ਠੀਕ ਹੈ, ਜੇ ਨਿੰਦਾ ਕਰਤੀ ਤੇ ਫਿਰ ਬਰਦਾਸ਼ਤ ਨਹੀਂ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਿਆਰੀ ਨਹੀਂ ਹੈ ਭਾਈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਕ ਸੋਗ ਤੇ ਰਹਿ ਨਿਆਰੋਂ, ਨਾਹੇ ਮਾਨ ਅਪਮਾਨਾ। ਅਗਲੀ ਤੁਕ ਆਸਾ ਮਨਸਾ ਸਗਲ ਤਿਆਗੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਛੀਵਾੜੇ ਉਹੀ ਸੱਚ ਕਰਕੇ ਦਿਖਾਇਆ। ਨਾ ਆਸ਼ਾ ਤੇ ਨਾ ਮਨਸ਼ਾ, ਥੇ ਚਾਰ हैं दो, शहर ये भी ना रहेंगे, मैं शुक्र करूंगा घर ये भी ना रहेंगे। मैं तेरा हूं, मेरे बच्चे भी हैं तेरे मौला, थे तेरे हैं तेरे, रहेंगे तेरे दाता। जिस हाल में रखे वो हाल है अच्छा, जुझ शुक्र का आने का जुबान पर नहीं शिकवा। जपो जी, आशा मनसा
सगल त्यागै जग ते रहै निराशा। काम क्रोध जे परसै नाहिन तेह घट ब्रह्म निवासा। गुर कृपा जिह नरको कीनी ते ए जुगत पछानी। नानक लीन भयो गोबिंद स्यों ज्यों पानी संग पानी। ये अवस्था है। गुरु गोबिंद सिंह साहब कहते यह सच है दया सिंह, ये सच है धर्म सिंह, यही सच है मान सिंह। सब कुछ हो के भी कुर्बान कर दो तो कुछ नहीं भी है तां भी ना साजो ना बाजो ना फौजो ना फर्च। खुदावंत बख्शिंदा ऐशो अर्श। सिर्फ 11 हुक्मनामे जेड़े जफरनामे दे पहले ने वो सरवण करो। सब कुछ वार आए है गुरु गोबिंद सिंह जी। तो पता की कह रहे हैं औरंगजेब तेरी सिफत दे विच गुरु गोबिंद सिंह दी कलम दे विचों एक अखर भी नहीं निकलेगा। क्यों? तू पैमा शिकन है, झूठियां कसमां खा के मुकरन वाला है। तेरे अंदर कुछ होर ते तेरे मूँह दे विच कुछ होर है। ते बाबा शेख फरीद यही कहते हैं दिलो मोहब्बत जिन सही सच्चिया जिन मन होर मुख होर से कांडे वो कच्चे ने। ते कच्चे दी सिफत गुरु गोबिंद सिंह नहीं करेगा कदी। ते सिफत किहदी कीती? कमाल ए करामात कायम करीम। उहदी सिफत करो जिहड़ा सब तो वड्डा है, जिहड़ा अगम है अगोचर है, सब तो उच्चा है, जिहदा अंत नहीं पारा वारिया जा सकदा। क्योंकि इत्थे आपां बाणी च पढ़दे हां तेरे गुण बहुते मैं एक ना जानिया मैं मूर्ख किच दीजै। प्रणमत नानक सुन मेरे साहिबा डुबदा पत्थर लीजै। बेशुमार अथाह अगनत अतुल ज्यों बुलावो त्यों नानक दास बोले। मैं ना ही कछौ ना ही किछ आहे ना मोरा अवसर लज्जा राख लियो सदना जन तोरा। ते गुरु रामदास जी दे बाबत भट्ट जी कहते हम अवगुण भरे। गुरु साहब कहते ये सिख दी अवस्था है। सब कुछ हो के भी कुर्बान कर दे ते कुछ नहीं है तां भी ऐशो अर्श है। ऐशो अर्श समझो की है? इको अखर है जिन्हों औरंगजेब तू मखमलियां बिस्तरियां दियां निग माण के रजाइयां ते तलाइयां दे विच घोड़े हाथी हर तरह का भोजन तेरे कोल है पर इत्थे सुख नहीं होएगा। पर गुरु गोबिंद सिंह कोल कुछ भी नहीं है पर इत्थे सुख है। अरशां दी ऐश है, अरशां दा आनंद है। तुरा गर नजर हस्त लश्कर वजर के मारा निगाह हस्ती असदा शुकर। क्यों मैं सुखियां? क्योंकि हाथ जोड़ के मित्र प्यारे नूं हाल मुरीदां दा कहना। क्योंकि उन्होंने सिजदा है, उन्होंने नमस्कार है। सतगुरु गुरु गोबिंद सिंह साहब महाराज जी दे जिस वेले चरण धोते गए तो उस वेले नौकर ने अपने मालकां नूं दस्सिया। मालक दे नाम सी दो भरा पंजाबा ते गुलाबा। गुरु साहब कोल आए, सतगुरु जी नूं बेनती की सच्चे पातशाह घर चलो। महाराज जी ने इशारा किया पुत्रो जे लैके जाओगे तो फिर मुकरोगे तो ना ही। चुप रहे। घर लै गए। सारा दिन सतगुरु जी की सेवा की है, भोजन दिता है। अद्धी रात हुई है, छुआरे ते कुछ मेवे ते दुध का गिलास ते कुछ माया अगे रख के सतगुरु जी नूं मत्था टेकते हैं। सतगुरु जी समझ गए कि कहते कि चले जाओ। तो महाराज जी कहते पंजाबे ते गुलाबे असी इत्थे आए हैं तुहाडी खुशी करके आए हैं। जां तां तुसीं लिआउंदे नहीं पर जे हुण तुसीं कहंदे हो कि चले जाओ हुण एक पल भी गुरु गोबिंद सिंह इत्थे नहीं रुकेगा। पर पहलां जाके तुहाडे इलाके 'च भाई निहाला है उहदे घर जाके सनिया दो कि बाजां वाला माही उहदे घर आ रहा है। कहंदे तुसीं बुला के लैके आए हो वो खेड वखरी है। जिहड़ा बुलाए आवाज़ां मार के बुलाए, बुलाउण वाला कह भी दिंदा कि चला जा, पर जिहदे घर गुरु आप जाए वो फिर तरले लैंदा गुरु रुक जा। आ गुरु ने उस धरती ते सच करके दिखाया। ये गुरु की खेड वापरी है। भाई ने हाले दे घर गए, माँ भराई उहदा नां है। उन्हें सतगुरु जी दे लई चोला बनाया, अखां तो अन्नी हो गई। क्यों? बैराग, मन बैराग भया दर्शन देखने का अंदर चाव सी। अखां तो अन्नी हो गई। सतगुरु जी दे दर्शन करन लई सतगुरु जी ने आप जोत पाई अखां 'च। ये 6वें जामे 'च भी वरत्या है। गुरु हरगोबिंद साहब कश्मीर की धरती ते गए ने उस माई नूं दर्शन देण लई ते उहदा बनाया चोला लैण लई। वो भी अन्नी सी। ते गुरु गोबिंद सिंह साहब महाराज जद ये जोत 10वें जामे 'च वरती है, भाई ने हाले दी मां नूं घुट के जफ्फी गलवकड़ी लाया। मां नूं कहा मां देख याद करदी सी गुरु तेरे सामने। चोला दिता।
ਸਤਿਗੁਰ ਜੀ ਦੇ ਚਰਨਾਂ ਵਿੱਚ ਉਸ ਮਾਂ ਨੇ ਪ੍ਰਾਣ ਤਿਆਗੇ। ਨਿਹਾਲਾ ਕਹਿੰਦਾ ਸਤਿਗੁਰ ਜੀ ਕੀ ਸੇਵਾ? ਸਤਿਗੁਰ ਜੀ ਕਹਿੰਦੇ ਬਸ ਹੁਣ ਤੇਰੇ ਘਰ ਰੁਕਣਾ ਨਹੀਂ, ਜਾ ਕੇ ਗਨੀ ਖਾਂ ਤੇ ਨਬੀ ਖਾਂ ਇਹਨਾਂ ਨੂੰ ਸੂਈਆ ਖਬਰ ਦੇ ਕੇ ਆਓ ਕਿ ਗੁਰੂ ਗੋਬਿੰਦ ਸਿੰਘ ਪਹੁੰਚ ਗਏ ਨੇ। ਜਿਸ ਵੇਲੇ ਗਨੀ ਖਾਂ ਤੇ ਨਬੀ ਖਾਂ ਨੂੰ ਪਤਾ ਲੱਗਿਆ, ਹੁਣ ਇਹ ਗਨੀ ਖਾਂ ਨਬੀ ਖਾਂ ਨਿਹੰਗ ਕੋਟਲਾ, ਆ ਜਿਹੜਾ ਕੋਟਲਾ ਨਿਹੰਗ ਖਾਂ ਹੈ ਉਹਦੇ ਰਿਸ਼ਤੇਦਾਰ ਨੇ, ਉਹਦੇ ਪਰਿਵਾਰ ਦੇ ਨੇ। ਹੁਣ ਇੱਥੋਂ ਇਹਨਾਂ ਦਾ ਸੰਬੰਧ ਜੁੜਦਾ। ਹੁਣ ਇਹਨਾਂ ਪਰਿਵਾਰਾਂ ਦੀਆਂ ਸੇਵਾਵਾਂ ਦੇਖੋ ਕਿੰਨੀਆਂ ਨੇ। ਔਰ ਇਸ ਕਰਕੇ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਚੇਤੇ ਕਰਦੇ ਹਾਂ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ। ਗੁਰੂ ਘਰ ਦੇ ਵਿੱਚ ਸਾਈਂ ਮੀਆਂ ਮੀਰ ਵੀ ਸਿੱਖ ਹੈ, ਪੀਰ ਬੁੱਧੂ ਸ਼ਾਹ ਵੀ ਸਿੱਖ ਹੈ, ਗਨੀ ਖਾਂ ਨਬੀ ਖਾਂ ਤੇ ਕੋਟਲਾ ਨਿਹੰਗ ਖਾਂ ਵੀ ਸਿੱਖ ਹੈ। ਇਹ ਗੁਰੂ ਘਰ ਦੀ ਅਮੀਰੀ ਹੈ, ਇਹ ਵਡੱਪਣ ਹੈ ਗੁਰੂ ਘਰ ਦਾ, ਕਿਉਂਕਿ ਗੁਰੂ ਦੇ ਘਰ ਦੇ ਵਿੱਚ ਭਾਈ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਇਹ ਅਮੀਰੀ ਹੈ ਗੁਰੂ ਸਾਹਿਬ ਦੀ। ਦੋਨੋਂ ਭਰਾ ਆਏ, ਸਤਿਗੁਰ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਸਤਿਗੁਰ ਜੀ ਨੂੰ ਘਰ ਲੈ ਕੇ ਗਏ। ਫਿਰ ਸਤਿਗੁਰ ਜੀ ਨੇ ਗੱਲ ਸੁਣਾਈ, ਕਹਿੰਦੇ ਤੁਹਾਡੇ ਭਰਾਵਾਂ ਨੇ ਬੜੀ ਸੇਵਾ ਕੀਤੀ, ਇਹਨਾਂ ਦੇ ਰਿਸ਼ਤੇਦਾਰ ਸਨ ਜੀ। ਹੁਣ ਨਿਹੰਗ ਕੋਟਲਾ ਖਾਂ ਨੇ ਦੇਖੋ ਕੀਤਾ ਕੀ। ਜਿਸ ਵੇਲੇ ਭਾਈ ਬਚਿੱਤਰ ਸਿੰਘ ਦੀ ਦੇਹ ਨੂੰ, ਜਿਹੜਾ ਜ਼ਖਮੀ ਸੀ, ਉਹਨੂੰ ਕੋਟਲਾ ਨਿਹੰਗ ਖਾਂ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਰਣ ਤੱਤੇ ਵਿੱਚੋਂ ਚੱਕ ਕੇ ਲਿਆਉਂਦੇ, ਘੋੜੇ 'ਚ ਪਾ ਕੇ ਰੱਖਿਆ। ਨਾ ਭਾਈ ਬਚਿੱਤਰ ਸਿੰਘ ਤੁਰ ਸਕਦੇ, ਨਾ ਖੜ ਸਕਦੇ, ਤੇ ਨਾ ਉਹ ਘੋੜੇ 'ਤੇ ਸਵਾਰ ਹੋ ਕੇ ਅਗਲਾ ਸਫ਼ਰ ਕਰ ਸਕਦੇ। ਸਤਿਗੁਰ ਜੀ ਨੇ ਕਿਹਾ ਤੁਸੀਂ ਇੱਥੇ ਵਿਸ਼ਰਾਮ ਕਰੋ। ਹੁਣ ਉੱਥੇ ਭਾਈ ਬਚਿੱਤਰ ਸਿੰਘ ਨੇ ਵਿਸ਼ਰਾਮ, ਪਰ ਕਹਿੰਦੇ ਕਿ ਉਸ ਘਰ ਦੀ ਇੱਕ ਵੀ ਚਾਦਰ ਐਸੀ ਨਹੀਂ ਸੀ ਜਿਹੜੀ ਭਾਈ ਬਚਿੱਤਰ ਸਿੰਘ ਦੇ ਲਹੂ ਦੇ ਨਾਲ ਭੇਜੀ ਨਾ ਗਈ। ਹੁਣ ਹੋਇਆ ਕਿ ਜਮਸ਼ੇਦ ਖਾਂ ਉਸ ਇਲਾਕੇ ਦਾ ਨਵਾਬ, ਉਹਨੂੰ ਇਹ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਪੁੱਤਰ ਤੇ ਉਹਨਾਂ ਦੇ ਸਿੱਖ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਆਏ ਨੇ। ਉਹ ਆਪਣੀਆਂ ਫੌਜਾਂ ਲੈ ਕੇ ਪਹੁੰਚਿਆ। ਫੌਜਾਂ ਅੰਦਰ ਨਹੀਂ ਗਈਆਂ ਕਿਉਂਕਿ ਕੋਟਲੇ ਨਿਹੰਗ ਖਾਂ ਦੀ ਉਸ ਸਮੇਂ ਦੇ ਵਿੱਚ ਤੂਤੀ ਬੋਲਦੀ ਸੀ, ਬਹੁਤ ਜ਼ਿਆਦਾ ਰੁਤਬਾ ਸੀ, ਸਰਕਾਰੇ ਦਰਬਾਰ ਦੇ ਵਿੱਚ ਉਹਦੀ ਆਮਦ ਸੀ, ਉਹਦੇ ਵਾਸਤੇ ਸਤਕਾਰ ਦੇ ਸੋਹਲੇ ਪੜੇ ਜਾਂਦੇ ਸੀ। ਤੇ ਜਿਸ ਵੇਲੇ ਜਮਸ਼ੇਦ ਖਾਂ ਉਹਦੇ ਘਰ ਵੜਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਪੁੱਤਰ ਤੋਂ ਆਪਣੇ ਘਰ ਦੇ ਵਿੱਚ ਲੁਕੋਏ ਨੇ, ਸਾਨੂੰ ਖਬਰ ਮਿਲੀ ਹੈ। ਕਹਿੰਦਾ ਦੇਖ ਲਓ ਮੇਰਾ ਘਰ ਖਾਲੀ ਹੈ, ਕੋਈ ਨਹੀਂ ਆਇਆ, ਕੋਈ ਵੀ ਨਹੀਂ ਆਇਆ। ਕਹਿੰਦਾ ਫਿਰ ਇਹ ਦਰਵਾਜ਼ਾ ਕਿਉਂ ਬੰਦ ਹੈ? ਅੰਦਰ ਕੌਣ ਹੈ? ਅੰਦਰ ਕੌਣ ਸੀ? ਭਾਈ ਬਚਿੱਤਰ ਸਿੰਘ ਤੇ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਕੋਟਲਾ ਨਿਹੰਗ ਖਾਂ ਦੀ ਧੀ, ਜਿਹੜੀ ਭਾਈ ਬਚਿੱਤਰ ਸਿੰਘ ਦੇ ਸਿਰ ਤੇ ਪੱਟੀਆਂ ਰੱਖਦੀ ਹੈ ਕਿ ਬੁਖਾਰ ਉਤਰੇ, ਘੜੀ ਘੜੀ ਜ਼ਖਮਾਂ ਦੇ ਉੱਤੇ ਕੱਪੜਿਆਂ ਦੀ ਪੱਟੀ ਖੋਲ ਖੋਲ ਕੇ ਦੁਬਾਰਾ ਬੰਨ੍ਹਦੀ ਹੈ ਕਿਉਂਕਿ ਲਹੂ ਰੁਕ ਨਹੀਂ ਰਿਹਾ। ਤੇ ਫਿਰ ਜਦ ਜਮਸ਼ੇਦ ਖਾਂ ਨੇ ਪੁੱਛਿਆ ਖੋਲ ਦਰਵਾਜ਼ਾ, ਕੌਣ ਹੈ? ਤੇ ਜਮਸ਼ੇਦ ਖਾਂ ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਅੰਦਰ ਹੈ। ਆਹ ਬਚਨ ਸੁਣਿਓ, ਬੜਾ ਕੀਮਤੀ ਹੈ। ਆਹ ਹੈ ਸਿੱਖੀ। ਤੇ ਕੋਟਲਾ ਨਿਹੰਗ ਖਾਂ ਵੀ ਸਿੱਖ ਹੈ, ਜਿਹਨੇ ਸਿੱਖ ਦੀ ਸਿੱਖੀ। ਸਿੱਖੀ ਕੀ ਹੈ? ਦੇਖੋ ਬਾਣੀ ਕਿੱਥੋਂ ਲਈ? ਮਹਾਰਾਜ ਜੀ ਦਾ ਬਚਨ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ। ਸਤਿਗੁਰ ਦਾ ਮਨ ਮਨਾਇਆ ਉਹਨੇ, ਆਪਣਾ ਆਪ ਨਹੀਂ ਵੇਖਿਆ, ਉਹਨੇ ਸਰਕਾਰੇ ਦਰਬਾਰ ਦਾ ਡਰ ਨਹੀਂ ਕਬੂਲਿਆ, ਭੀੜ ਦਾ ਅਸਰ ਜਾਂ ਤਾਕਤ ਦਾ ਅਸਰ ਨਹੀਂ ਕਬੂਲਿਆ। ਕਹਿੰਦਾ ਮੇਰੀ ਧੀ ਤੇ ਮੇਰਾ ਜਵਾਈ ਹੈ, ਜਵਾਈ ਬਿਮਾਰ ਹੈ, ਮੇਰੀ ਧੀ ਸੇਵਾ ਕਰ ਰਹੀ ਹੈ, ਖੋਲ ਕੇ ਦਿਖਾਵਾਂ? ਜਮਸ਼ੇਦ ਖਾਂ ਕਹਿੰਦਾ ਨਹੀਂ। ਹੁਣ ਕੀ ਹੋਇਆ? ਜਿਸ ਵੇਲੇ ਇਹ ਸਾਰਾ ਕਾਰਾ ਵਰਤ ਗਿਆ ਨਾ, ਗਨੀ ਖਾਂ ਤੇ ਨਬੀ ਖਾਂ ਦੀ ਮਾਂ ਨੇ ਨਿਹੰਗ ਕੋਟਲੇ ਖਾਂ ਦੀ ਧੀ ਮੁਮਤਾਜ਼ ਦਾ ਰਿਸ਼ਤਾ ਕੀਤਾ। ਤੇ ਜਿਸ ਵੇਲੇ ਮੁੰਡੇ ਵਾਲੇ ਨੂੰ ਵੇਖਣ ਜਾਣਾ ਸੀ, ਨਿਹੰਗ ਕੋਟਲਾ ਖਾਂ ਕਹਿੰਦਾ ਕੋਟਲਾ ਨਿਹੰਗ ਖਾਂ ਕਿ ਚੱਲ ਧੀਏ ਅੱਜ ਤੇਰੇ ਵਰ ਨੂੰ ਵੇਖ ਕੇ ਆਈਏ। ਉੱਥੇ ਬਚਨ ਪਤਾ ਕੀ ਸੀ? ਕਹਿੰਦੇ ਪਿਤਾ ਜੀ ਮੈਨੂੰ ਦੂਰੀ ਵਾਰ ਨਿਕਾਹ ਕਰਾਉਣ ਲੈ ਕੇ ਚੱਲੇ। ਪਿਤਾ ਕਹਿੰਦੇ ਮੈਂ ਸਮਝਿਆ ਨਹੀਂ। ਕਹਿੰਦਾ ਮੇਰਾ ਦੂਜਾ ਵਿਆਹ ਕਿਉਂ ਕਰ ਰਹੇ ਹੋ? ਕਹਿੰਦੇ ਪਹਿਲਾ ਕਿਹੜਾ ਵਿਆਹ? ਤੇਰਾ ਪਹਿਲਾ ਵਿਆਹ ਹੈ। ਕਹਿੰਦੇ ਪਹਿਲਾ ਵਿਆਹ ਉਸੇ ਦਿਨ ਹੋ ਗਿਆ ਸੀ ਜਿਸ ਦਿਨ ਮੈਂ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ। ਕਹਿੰਦੇ ਤੁਸੀਂ ਬਾਹਰ ਆਖ ਦਿੱਤਾ ਸੀ ਮੇਰੀ ਧੀ ਤੇ ਜਵਾਈ। ਸਮੇਂ 'ਚ ਦੱਸਾਂਗਾ। ਅੱਜ ਜਿਹੜੀ ਕਪੂਰਥਲਾ ਦੀ ਰਿਆਸਤਾਂ ਨੇ, ਇਹ ਰਾਮਾਂ ਤੇ ਤਰਲੋਕਾਂ ਵਿੱਚੋਂ ਨਿਕਲੀਆਂ ਹੋਈਆਂ ਨੇ।
ਇਹਨਾਂ ਨੇ ਜਦ ਬੀਬੀ ਸ਼ਰਨ ਕੌਰ ਨੂੰ ਦੇਖਿਆ, ਕਿਉਂਕਿ ਜਿਸ ਵੇਲੇ ਯੁੱਧ ਘਟਨਾ ਇਹ ਵਰਤ ਗਈ ਹੈ, ਉਸ ਵੇਲੇ ਸਿੱਖਾਂ ਨੇ ਆਉਣਾ ਸ਼ੁਰੂ ਕੀਤਾ, ਉਸ ਥਾਂ ਤੇ ਪਹੁੰਚਣਾ ਸ਼ੁਰੂ ਕੀਤਾ। ਭਾਵੇਂ ਉੱਥੇ ਸਖਤ ਪੈਰਾ ਸੀ, ਪਰ ਜਿਹੜੇ ਰਾਮਾ ਤ੍ਰਿਲੋਕਾ ਤੇ ਸ਼ਰਨ ਕੌਰ ਵਰਗੇ ਮਰਜੀਬੜੇ ਸਨ, ਉਹਨਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨ ਲਈ ਸਭ ਕੁਝ ਵਾਰਨ ਨੂੰ ਤਿਆਰ ਹੋ ਗਏ। ਉਹਨਾਂ ਨੇ ਜਿਸ ਵੇਲੇ ਇਹ ਦੇਹਾਂ ਲੱਭੀਆਂ, ਉਹਨਾਂ ਨੇ ਦੇਖਿਆ ਕਿ ਬੀਬੀ ਸ਼ਰਨ ਕੌਰ ਕੱਲੀ ਸੇਵਾ ਕਰਦੀ ਹੈ। ਉਹ ਨਾਲ ਲੱਗੇ, ਕਹਿੰਦੇ ਕੀ ਸੇਵਾ? ਬੀਬੀ ਸ਼ਰਨ ਕੌਰ ਕਹਿੰਦੀ ਲੱਕੜਾਂ ਲਿਆਓ ਜਿੰਨੀ ਲਿਆ ਸਕਦੇ ਹੋ। ਆਸ-ਪਾਸ ਦੇ ਸਾਰੇ ਪਿੰਡਾਂ ਤੋਂ ਆ ਰਾਮਾ ਤੇ ਤ੍ਰਿਲੋਕਾ ਨੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਤੇ ਸਿੱਖਾਂ ਦੀ ਜਿਹੜੀ ਚਿਖਾ ਚਿੰਨ੍ਹਣੀ ਸੀ, ਉਹਦੇ ਲਈ ਲੱਕੜਾਂ ਇਕੱਠੀਆਂ ਕੀਤੀਆਂ। ਜਿਸ ਵੇਲੇ ਸਾਰੀ ਦੇਹਾਂ ਸਜਾਤੀਆਂ ਗਈਆਂ, ਜਿਸ ਵੇਲੇ ਲਾਂਬੂ ਲਾਉਣ ਲੱਗੇ, ਸ਼ਰਨ ਕੌਰ ਨੇ ਕਿਹਾ ਕਿ ਰਾਮਾ ਤੇ ਤ੍ਰਿਲੋਕਾ, ਮਨ ਦੇ ਵਿੱਚ ਹਜੇ ਵੀ ਸ਼ੰਕਾ ਹੈ, ਕਿੱਥੇ ਜਾ ਕੇ ਇੱਕ ਵਾਰੀ ਵੇਖ ਆਓ ਦੂਰ ਦੂਰ ਤੱਕ, ਬੜਾ ਲੰਬਾ ਜੰਗੇ ਮੈਦਾਨ ਹੈ, ਕਿੱਥੇ ਕੋਈ ਸਿੰਘ ਹੋਰ ਤੇ ਨਹੀਂ ਰਹਿ ਗਿਆ। ਕਹਿੰਦੇ ਬੈਠੀ ਹੈ ਬੀਬੀ ਸ਼ਰਨ ਕੌਰ, ਤੇ ਰਾਮਾ ਤੇ ਤ੍ਰਿਲੋਕਾ ਦੇਹਾਂ ਨੂੰ ਲੱਭਣ ਵਾਸਤੇ ਚਲੇ ਗਏ। ਇੰਨੇ ਨੂੰ ਜਦ ਦੂਰੋਂ ਮਸ਼ਾਲ ਦਾ ਧੂੰਆਂ ਵੇਖਿਆ, ਤੇ ਉੱਥੇ ਟਿੱਡੀ ਦਲ ਦੀ ਸੈਨਾ ਦਾ ਸੂਬੇਦਾਰ, ਉਹਨੇ ਐਲਾਨ ਕੀਤਾ ਕਿ ਕੋਈ ਉੱਥੇ ਸ਼ਰਾਰਤ ਕਰ ਰਿਹਾ। ਉਹਨਾਂ ਨੇ ਇਹੀ ਲਫ਼ਜ਼ ਵਰਤੇ ਕਿ ਕੋਈ ਦੇਹਾਂ ਨਾਲ, ਕਿਉਂਕਿ ਇਹ ਸਰਕਾਰ ਦਾ, ਜ਼ੁਲਮ ਦਾ, ਉਸ ਸਮੇਂ ਦਾ ਇਹ ਰੂਲ ਸੀ ਕਿ ਜਿੱਥੇ ਸ਼ਹੀਦੀ ਹੋਈ ਹੈ ਉੱਥੇ ਲੋਥਾਂ ਨੂੰ ਪਈਆਂ ਰਹਿਣ ਦਿਓ, ਤਾਂ ਕਿ ਲੋਕਾਂ ਦੇ ਅੰਦਰ ਡਰ ਸਹਿਮ ਲਗਾਤਾਰ ਪੈਦਾ ਹੁੰਦਾ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਸ ਵੇਲੇ ਸ਼ਹਾਦਤ ਕੀਤੀ ਹੈ ਨਾ, ਦੇਹ ਤੇ ਸੀਸ ਨੂੰ ਚੱਕਣ ਨਹੀਂ ਦਿੱਤਾ। ਉਸ ਤੋਂ ਉਹਦੇ ਨਾਲ ਹੀ ਭਾਈ ਦਿਆਲਾ, ਭਾਈ ਸਤੀਦਾਸ, ਭਾਈ ਮਤੀਦਾਸ ਖਬਰਦਾਰ ਪਹਿਰਾ ਲਾਇਆ ਸੀ ਕਿ ਕੋਈ ਹੱਥ ਨਹੀਂ ਲਾਏਗਾ, ਇੱਥੇ ਲੋਕ ਦੇਖਣਗੇ ਤੇ ਲੋਕਾਂ ਦੇ ਡਰ ਦੇ ਅੰਦਰ ਸਹਿਮ ਪੈਦਾ ਹੋਏਗਾ, ਮਨਾਂ ਦੇ ਅੰਦਰ ਡਰ ਪੈਦਾ ਹੋਏਗਾ। ਇਹੀ ਕੁਝ ਸੀ, ਉੱਥੇ ਸਖਤ ਪਹਿਰਾ ਸੀ ਕਿ ਇਹ ਇੱਥੇ ਹੀ ਰਹਿਣਗੀਆਂ, ਇੱਥੇ ਦੇ ਲੋਕ ਵੇਖਣਗੇ ਤਾਂ ਉਹ ਡਰਨਗੇ ਸਰਕਾਰੀ ਹਕੂਮਤ ਤੋਂ, ਉਹ ਡਰਨਗੇ ਵਜ਼ੀਰ ਖਾਂ ਤੇ ਔਰੰਗਜ਼ੇਬ ਤੋਂ। ਪਰ ਇਹ ਨਹੀਂ ਪਤਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋਂ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ। ਉਹ ਪਹੁੰਚੇ ਹੋਏ ਨੇ, ਪਹਿਲਾਂ ਮਰਜੀਵੜੇ ਪਹੁੰਚੇ ਹੋਏ ਆ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਆ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। ਉਹ ਪਹੁੰਚੇ ਹੋਏ ਨੇ ਜਿਹੜੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਹ ਪਹੁੰਚ ਗਏ ਹੈ ਜਿਹੜੇ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ, ਅਨਲ ਅਗਲ ਜੈਸੇ ਲਹਿਰ ਮੈਂ ਓਦਤ ਜਲ ਕੇਵਲ ਜਲ ਮਾਹੀ। ਇੱਥੇ ਤੇ ਸਿਰਫ ਔਰ ਸਿਰਫ ਗੁਰੂ ਗੋਬਿੰਦ ਸਿੰਘ ਵਰਤ ਰਿਹਾ, ਹੋਰ ਕੋਈ ਨਹੀਂ ਹੈ, ਹੋਰ ਕੋਈ ਨਹੀਂ ਹੈ। ਅਸੀਂ ਵੀ ਉਹਦੀ ਹੀ ਸੰਗਤ, ਉਹਦੇ ਹੀ ਸਿੱਖ। ਜੇ ਇਹ ਮਰਜੀਵੜੇ ਹੈ ਤੇ ਅਸੀਂ ਵੀ ਮਰਜੀਵੜੇ ਹਾਂ। ਭਾਈ ਰਾਮਾ ਤੇ ਤ੍ਰਿਲੋਕਾ ਪਾਸੇ ਸਨ, ਪਰ ਉੱਥੇ ਜਦ ਦੇਖਿਆ ਮੁਗਲ ਤਾੜਵੀ ਆਏ, ਚਿਖਾ ਚਿਣੀ ਗਈ ਹੈ, ਉਹਨਾਂ ਨੇ ਬੀਬੀ ਸ਼ਰਨ ਕੌਰ ਨੂੰ ਚੱਕਣ ਦੀ ਕੋਸ਼ਿਸ਼ ਕੀਤੀ, ਧੱਕਾ ਕੀਤਾ। ਬੀਬੀ ਸ਼ਰਨ ਕੌਰ ਦੇ ਹੱਥ 'ਚ ਮਸ਼ਾਲ ਸੀ, ਉਹਨਾਂ ਨੇ ਲਾਂਬੂ ਲਾਇਆ ਨਾਲ ਦੇ ਨਾਲ ਹੀ ਦੇਖਦੇ ਸਾਰ, ਤੇ ਉਸ ਚਿਖਾ ਦੇ ਵਿੱਚ ਆਪ ਛਾਲ ਮਾਰਤੀ। ਆਹ ਹੈ 37 ਸਰੀਰ, 2 ਸਾਹਿਬਜ਼ਾਦਿਆਂ ਦੇ ਨਾਲ ਇੱਕ ਬੀਬੀ ਦਾ ਸੰਸਕਾਰ ਵੀ ਚਮਕੌਰ ਦੀ ਗੜੀ ਵਿੱਚ ਹੋਇਆ। ਇਹ ਸਾਰੇ ਗੁਰਦੁਆਰੇ, ਜਿਹੜਾ ਕਤਲਗੜ੍ਹ ਆਪਾਂ ਤਾਲੀਮਾਰ ਗੁਰਦੁਆਰਾ, ਇਹ ਚਮਕੌਰ ਦੀ ਗੜੀ, ਇਹ ਸਾਰੇ ਗੁਰਦੁਆਰੇ ਉੱਥੇ ਮੌਜੂਦ ਨੇ। ਤੇ ਜਿਸ ਵੇਲੇ ਰਾਮਾ ਤੇ ਤ੍ਰਿਲੋਕਾ ਨੂੰ ਪਤਾ ਲੱਗਿਆ ਇਹ ਕਾਰਾ ਵਰਤ ਗਿਆ, ਹੁਣ ਰਾਮਾ ਤੇ ਤ੍ਰਿਲੋਕਾ ਦੀ ਸਿੱਖੀ ਦੇਖੋ। ਅੱਜ ਤੱਕ ਦਾਸ ਨੇ PhD ਕੀਤੀ ਹੈ ਸੰਤੋਖ ਉੱਤੇ, ਸਬਰ ਉੱਤੇ। ਤੇ ਇਹ ਤੁਕ ਬਾਣੀ ਦੇ ਵਿੱਚ ਨਾ ਸਾਬਰੀ ਲਫ਼ਜ਼ ਬਹੁਤ ਵਾਰੀ ਆਇਆ। ਸਬਰ ਅੰਦਰ ਸਾਬਰੀ, ਤਨ ਏਵਿਆਂ ਜਲੇਨ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਹੁਣ ਜਦ ਸਾਬਰੀ ਲਫ਼ਜ਼, ਕਿਉਂਕਿ ਇਹ ਲਫ਼ਜ਼ ਆਇਆ ਇਸਲਾਮ ਤੋਂ, ਕੁਰਾਨ ਦੇ ਵਿੱਚ ਸਬੂਰ ਦੇ ਉੱਤੇ ਪੂਰੀ ਆਇਤ ਹੈ। ਔਰ ਇਹ ਇਸ ਲਫ਼ਜ਼ ਨੂੰ ਘੜਨ ਵਾਲੇ ਨੇ ਸੂਫੀ ਮਤ, ਜਿਹਦੇ ਵਿੱਚੋਂ ਬਾਬਾ ਸ਼ੇਖ ਫਰੀਦ ਨੇ। ਤੇ ਬਾਬਾ ਸ਼ੇਖ ਫਰੀਦ ਨੇ ਵੀ ਸਬੂਰੀ ਲਫ਼ਜ਼ ਵਰਤਿਆ। ਅੱਜ ਤੱਕ ਇਹ ਨਹੀਂ ਪਤਾ ਲੱਗਿਆ, ਕਿਉਂਕਿ ਜਿੰਨੇ ਟੀਕੇ ਤੁਸੀਂ ਪੜ੍ਹੋ, ਅੰਗਰੇਜ਼ੀ ਟੀਕੇ ਨੇ ਡਾਕਟਰ ਮਨਮੋਹਨ ਸਿੰਘ ਦਾ, ਗੁਰਬਚਨ ਸਿੰਘ ਤਾਲਿਬ ਦਾ, ਸੰਤ ਸਿੰਘ ਖਾਲਸਾ ਦਾ, ਇਹ ਮੁੱਖ ਟੀਕੇ ਨੇ ਜਿਨ੍ਹਾਂ ਤੋਂ ਸਾਡੇ ਵਿਦਵਾਨ ਐਕਸੀਜੀਜ਼ਸ ਜਾਂ ਅਰਥ ਦੇਖਦੇ ਨੇ। ਜਾਂ ਆਪਾਂ ਗੁਰਮੁਖੀ ਦੇ ਟੀਕੇ ਦੇਖੀਏ, ਪ੍ਰੋਫੈਸਰ ਸਾਹਿਬ ਸਿੰਘ ਦਾ ਹੈ, ਭਾਈ ਵੀਰ ਸਿੰਘ ਦਾ ਟੀਕਾ ਹੈ। ਇਸ ਤੋਂ ਬਾਅਦ ਜਿਹੜਾ ਸਾਡਾ ਨਿਰਮਲਿਆਂ ਦਾ ਟੀਕਾ ਮਿਲਦਾ ਹੈ, ਫਰੀਦਕੋਟੇ ਵਾਲਾ ਟੀਕਾ, ਇਹ ਸਾਰੇ ਟੀਕੇ ਨੇ। ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਸਬੂਰੀ ਦਾ ਅਰਥ ਮਿਲਿਆ ਨਾ, ਉਹ ਸਬਰ ਹੀ ਕਰਦੇ ਹੈ। ਸਬੂਰੀ ਦਾ ਅਰਥ ਸਬਰ ਹੈ। ਪਰ ਇਹ ਗੱਲ ਮਨ ਨੂੰ ਭਾਈ ਨਹੀਂ ਕਿ ਸਬੂਰੀ ਦਾ ਅਰਥ ਸਬਰ ਕਿਵੇਂ ਹੋਏ। ਜੇ ਸਬਰ ਸਤਿਗੁਰੂ ਜੀ ਲਿਖ ਦਿੰਦੇ ਹੈ ਤੇ ਸਬਰ ਨਾਲ ਸਬੂਰੀ ਤੇ ਕੋਈ ਭੇਤ ਹੈ, ਤੇ ਫਿਰ ਇਸ ਸਾਖੀ ਤੋਂ ਪਤਾ ਲੱਗਿਆ
ਰਾਮਾ ਤੇ ਤਰਲੋਕੇ ਦੀ ਸਾਖੀ ਤੋਂ ਪਤਾ ਲੱਗਿਆ। ਅੱਜ ਅਸੀਂ ਕਹਿੰਦੇ ਆ ਸਾਖੀ ਨਾ ਕਰੋ, ਸਾਖੀਆਂ ਤੋੜਦੀਆਂ ਨੇ, ਪਰ ਸਾਖੀਆਂ ਬਾਣੀ ਦੇ ਐਸੇ ਭੇਤ ਵੀ ਖੋਲ੍ਹਦੀਆਂ ਨੇ ਜਿਨ੍ਹਾਂ ਭੇਤਾਂ ਨੂੰ ਗੁਰਸਿੱਖਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਕਿਉਂਕਿ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੀ, ਸਤਿਗੁਰ ਜੀ ਇਹ ਥਾਲ ਤੇ ਤੁਸੀਂ ਪਰੋਸਤਾ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਤਿਸਕਾ ਸਬਸ ਆਧਾਰੋ, ਜੇ ਕੋ ਖਾਵੈ। ਤੇ ਸਤਿਗੁਰੂ ਜੀ ਇਹਦੇ ਅਰਥ ਮਹਾਰਾਜ ਕਹਿੰਦੇ ਅਰਥ ਇਹਦੇ ਵਿੱਚ ਹੀ ਲਿਖਤੇ ਨੇ, ਜਿਹੜਾ ਇਹਨੂੰ ਖਾਏਗਾ ਤੇ ਜਿਹੜਾ ਇਹਨੂੰ ਹਜ਼ਮ ਕਰ ਜਾਏਗਾ ਉਹਦਾ ਉਧਾਰ ਹੋ ਜਾਏਗਾ। ਇਹਦਾ ਮਤਲਬ ਕੋਈ ਕਲਮ, ਕਹਿੰਦੇ ਕੋਈ ਕਲਮ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਨਹੀਂ ਲਿਖ ਸਕਦੀ। ਕਹਿੰਦੇ ਕੋਈ ਮਤ, ਕਹਿੰਦੇ ਕੋਈ ਮਤ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੇ ਕੋਈ ਸੋਚਣੀ ਤੇ ਕੋਈ ਜ਼ੁਬਾਨ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਬਿਆਨ ਨਹੀਂ ਕਰ ਸਕਦੀ। ਕਹਿੰਦੇ ਕੌਣ ਬਿਆਨ ਕਰੇਗਾ? ਜੇ ਕੋ ਖਾਵੈ ਜੇ ਕੋ ਪੁੰਚੈ, ਜਿਨਨੇ ਖਾ ਕੇ ਇਹਨੂੰ ਹਜ਼ਮ ਕਰ ਲਿਆ, ਆਪਣੇ ਜੀਵਨ ਦੀ ਜਾਂਚ ਬਣਾ ਲਈ, ਤਿਸਕਾ ਹੋਏ ਉਧਾਰੋ, ਉਹ ਆਪ ਵੀ ਤਰੇਗਾ। ਨਾਨਕ ਤਰੈ ਤਾਰੇ ਗੁਰਸਿੱਖ, ਜੋ ਦੀਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜਿਉ, ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇਹ ਮਿਲਾਏ ਜਿਉ, ਸੋਈ ਦਸ ਉਪਦੇਸੜਾ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ। ਜਿਨ੍ਹਾਂ ਨੇ ਕਮਾ ਲਿਆ ਉਹ ਖਾਲਸਾ ਖੁਦ ਖੁਦਾ ਹੋ ਕੇ ਇਸ ਬਾਣੀ ਦੇ ਅਰਥ ਆਪਣੇ ਜੀਵਨ ਵਿੱਚੋਂ ਕਰਨਗੇ। ਤੇ ਭਾਈ ਤਰਲੋਕਾ ਤੇ ਰਾਮਾ ਨੇ ਸਬੂਰੀ ਦੇ ਅਰਥ ਕੀਤੇ ਨੇ। ਸਬੂਰੀ ਕੀ ਹੈ? ਦੀ ਇੱਕ ਹੁੰਦਾ ਸੇਵਾ ਕਰਨਾ, ਤੇ ਸੇਵਾ ਸਬਰ ਦਾ ਲਖਾਇਕ ਹੈ। ਸੇਵਾ ਉਹੀ ਕਰ ਸਕਦਾ ਹੈ ਜਿਹਦੇ ਅੰਦਰ ਸਬਰ ਤੇ ਸੰਤੋਖ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਆ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਲ ਜਾਏ ਨਾ, ਸੰਤੋਖ ਸਭ ਤੋਂ ਵੱਡੀ ਅਮੀਰੀ ਹੈ। ਰੱਬ ਤੋਂ ਆ ਕੇ ਦੌਲਤ ਮੰਗਦੇ ਹੋ, ਸ਼ੌਹਰਤ ਮੰਗਦੇ ਹੋ, ਸੁੱਖ ਮੰਗਦੇ ਹੋ, ਇੱਕ ਗੱਲ ਹੋਰ ਮੰਗਿਆ ਕਰੋ, ਮੇਰੇ ਰੱਬ ਸਬਰ ਸਭ ਤੋਂ ਵੱਡੀ ਅਮੀਰੀ ਹੈ। ਸਭ ਤੋਂ ਵੱਡੀ ਅਮੀਰੀ ਪਹਿਲਾਂ ਮੇਰੀ ਝੋਲੀ 'ਚ ਪਾਈ, ਬਾਕੀ ਸਾਰੀ ਦਾਤਾਂ ਮੈਨੂੰ ਫਿਰ ਦੇਈ। ਕਿਉਂਕਿ ਸਬਰ ਤੋਂ ਵੱਡੀ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਅਮੀਰੀ ਨਹੀਂ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ। ਹੁਣ ਉੱਥੇ ਗੁਰੂ ਅਰਜਨ ਸਾਹਿਬ ਇੱਕ ਹੋਰ ਜ਼ਿਕਰ ਕਰਦੇ ਆ, ਬਿਨਾ ਸੰਤੋਖ ਨਹੀਂ ਕੋ ਰੱਜ। ਜਿਹੜਾ ਹੈ ਨਾ ਉਹ ਸੰਤੋਖ, ਅਮੀਰੀ ਜਿਹੜੀ ਸੰਤੋਖ ਵਿੱਚੋਂ ਮਿਲਣੀ ਹੈ ਕਦੀ ਵੀ। ਮਹਾਰਾਜ ਕਹਿੰਦੇ ਦੁਨੀਆ ਦੀ ਧਨ ਦੌਲਤ ਜਿੰਨੀ ਮਰਜ਼ੀ ਇਕੱਠੀ ਕਰ ਲਓ, ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਦੌਲਤ ਹੋਏਗੀ ਉਹਦੇ ਅੰਦਰ ਕੰਜੂਸੀ ਆਪਣੇ ਆਪ ਆਏਗੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤੋ ਰੋਵਣ ਲਗਤ ਹੈ। ਇਹ ਸੱਚ ਵਰਤੇਗਾ ਜੇ ਇਹਦੇ ਨਾਲ ਜੁੜ ਗਏ ਇਕੱਲੇ। ਪਰ ਜੇ ਸਬਰ ਆ ਗਿਆ ਤੇ ਸਤਿਗੁਰੂ ਜੀ ਕਹਿੰਦੇ ਅੰਦਰ ਠਰਮਾ ਆ ਜਾਏਗਾ। ਉਹਨਾਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਇਹ ਗਾਗਰ ਦੇ ਅੰਦਰ ਪ੍ਰਭੂ ਦੇ ਨਾਮ ਦਾ ਸਾਗਰ ਭਰ ਜਾਏਗਾ। ਸੇਵਾ ਕਰਕੇ ਸਬਰ ਨੂੰ ਕਮਾ ਜਾਣਾ ਤੇ ਉਹਨਾਂ ਉਸ ਸਬਰ ਨੂੰ ਲੋਕਾਂ ਅੱਗੇ ਨਹੀਂ ਰੱਖਣਾ। ਹੁਣ ਲੋਕੀ ਕੀ ਕਹਿੰਦੇ ਆ? ਮਹਾਰਾਜ ਜੀ ਦੀ ਬਾਣੀ ਦਾ ਇੱਕ ਉਦਾਹਰਣ ਹੈ। ਕਹਿੰਦੇ ਕਿਸ ਪਹਿ ਖੋਲੂੰ ਗੰਠੜੀ, ਆਪਣੇ ਦੁੱਖ ਭਰ ਆਇਆ। ਕਹਿੰਦੇ ਜੇ ਮੈਂ ਦੁੱਖਾਂ ਦੀ ਗੰਢ ਖੋਲਾਂ ਕਿਸੇ ਅੱਗੇ, ਅਗਲਾ ਕਹਿੰਦਾ ਤੂੰ ਬੰਦ ਕਰ, ਮੈਂ ਆਪਣੇ ਦੁੱਖਾਂ ਦੀ ਗੰਢ ਤੈਨੂੰ ਦਿਖਾਣਾ, ਮੈਂ ਇੰਨੇ ਦੁੱਖ ਲਈ ਬੈਠਾ। ਮਹਾਰਾਜ ਕਹਿੰਦੇ ਕਿ ਕਿਸੇ ਅੱਗੇ ਗੱਲ ਕਰੋ ਤੇ ਅਗਲਾ ਕਹਿੰਦਾ ਯਾਰ ਮੈਂ ਤੇ ਸਬਰ ਕਰ ਗਿਆ, ਮੈਂ ਤੇ ਦੱਸਿਆ ਨਹੀਂ, ਲੈ ਮੈਂ ਤੈਨੂੰ ਸੁਣਾਉਣਾ। ਪਰ ਮਹਾਰਾਜ ਜੀ ਕਹਿੰਦੇ ਜਦ ਕਹਿ ਹੀ ਦਿੱਤਾ ਤੇ ਫਿਰ ਕਾਹਦਾ ਸਬਰ? ਜਦ ਕਹਿ ਹੀ ਦਿੱਤਾ। ਸਾਬਰੀ ਦਾ ਮਤਲਬ ਉਹ ਹੈ ਜਿਹੜਾ ਸੇਵਾ ਕਰਕੇ ਸਬਰ ਕਮਾਏ ਤੇ ਉਸ ਸਬਰ ਨੂੰ ਲੁਕੋ ਜਾਏ। ਜਿਹੜਾ ਸਬਰ ਨੂੰ ਲੁਕੋ ਜਾਏ ਉਹਨੂੰ ਕਿਹਾ ਸਬਰ ਅੰਦਰ ਸਾਬਰੀ, ਤਨ ਏਵੈ ਜਲੇਨ, ਹੋਣ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੇ ਦੇਨ। ਜਿਹੜਾ ਆਪਣੇ ਅੰਦਰ ਸਾਈਂ ਦਾ ਭੇਦ ਨਾ ਦੇ, ਅੰਦਰ ਦੀ ਬੰਦਗੀ ਅੰਦਰ ਦੀ ਸੇਵਾ ਨਾ ਭੇਦ ਨਾ ਦੇ, ਉਹਨੂੰ ਸਾਬਰੀ ਆਖਿਆ ਗਿਆ। ਤੇ ਭਾਈ ਰਾਮਾ ਤੇ ਤਰਲੋਕਾ ਉਹ ਸੇਵਾ ਕਰਕੇ ਲੁਕ ਗਏ। ਕਿਸੇ ਨੂੰ ਨਹੀਂ ਦੱਸਿਆ ਕਿ ਸਾਡੇ ਹਿੱਸੇ ਸਾਹਿਬਜ਼ਾਦਿਆਂ ਦੀ ਸੇਵਾ। ਇਹ ਨਹੀਂ ਕਿ ਅਸੀਂ ਢੰਡੋਰਾ ਪਿੱਟੀ ਅਸੀਂ ਦੱਸੀਏ ਨਾ, ਕੋਈ ਮਾਣ ਨਹੀਂ, ਕੋਈ ਅਪਮਾਨ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਇਹ ਨਾ ਸਮਝਿਓ ਕਿ ਸਰਕਾਰੇ ਦਰਬਾਰ ਦਾ ਡਰ ਸੀ, ਕੋਈ ਡਰ ਨਹੀਂ। ਜੇ ਡਰ ਹੁੰਦਾ ਤੇ ਅਗਲੇ ਆਉਂਦੇ ਹੀ ਨਾ ਚਮਕੌਰ ਦੀ ਗੜੀ 'ਚ। ਅਗਲੇ ਤੇ ਪਹਿਲਾਂ ਹੀ ਜਿਉਂਦੇ ਸ਼ਹੀਦ ਨੇ, ਜਿਹੜੇ ਮਰਜੀਵੜੇ ਬਣ ਕੇ ਆਏ ਨੇ। ਭਾਵੇਂ ਮਰ ਜਾਈਏ, ਭਾਵੇਂ ਸਾਰਾ ਪਰਿਵਾਰ, ਕਿਉਂਕਿ ਮੋਤੀ ਮਹਿਰੇ ਦਾ ਸਾਰਾ ਪਰਿਵਾਰ ਜਿੰਨੇ ਦੁੱਧ ਪਿਲਾਇਆ ਉਹਨੂੰ ਹਜੇ ਪੀੜਿਆ ਜਾਣਾ। ਉਹਨਾਂ ਨੂੰ ਪਤਾ ਹੈ ਸਰਕਾਰੇ ਦਰਬਾਰ ਦੇ ਵਿੱਚ ਇਕੱਲੇ ਬੰਦੇ ਨਹੀਂ, ਸਾਰੇ ਦਾ ਸਾਰਾ ਪਰਿਵਾਰ, ਸਾਰੇ ਦਾ ਸਾਰਾ ਬੀਜ ਨਾਸ਼ ਕੀਤਾ ਜਾਂਦਾ ਹੈ। ਉਹ ਇਹ ਸਿਰ ਤਰ ਤਲੀ ਗਲੀ ਰੱਖ ਕੇ ਆਏ ਸੀ। ਉਹ ਜਾਣਦੇ ਸੀ ਕਿ ਸਭ ਕੁਝ ਖਤਮ ਹੋਏਗਾ। ਕਹਿੰਦੇ ਭਾਵੇਂ ਹੋ ਜਾਏ ਪਰ ਸਾਹਿਬਜ਼ਾਦਿਆਂ ਦੀਆਂ ਦੇਹਾਂ ਨੂੰ ਅਸੀਂ ਸੰਸਕਾਰ ਕੀਤੇ ਬਿਨਾਂ ਨਹੀਂ ਹਿੱਲਣਾ। ਹੁਣ ਉਹ ਲੁਕ ਗਏ ਨੇ, ਕਿਸੇ ਨੂੰ ਨਹੀਂ ਪਤਾ। ਪਰ ਜਿਸ ਵੇਲੇ ਸਤਿਗੁਰੂ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਸਾਰਾ ਕੁਝ ਕਾਰਾ ਵਰਤਾ ਕੇ ਸਾਬੋ ਕੀ ਤਲਵੰਡੀ ਪਹੁੰਚਣਗੇ ਨਾ, ਉਸ ਵੇਲੇ ਸਤਿਗੁਰੂ ਜੀ ਪਹਿਲੇ ਜਿਸ ਦਿਨ ਉਤਰੇ ਨੇ ਸਾਬੋ ਕੀ ਤਲਵੰਡੀ,
ਸਾਰੇ ਪਾਸੇ ਸਨੇ ਦਿੱਤੇ ਗਏ ਨੇ ਕਿ ਮਾਤਾ ਜੀ ਨੂੰ ਬੁਲਾਓ, ਭਾਵ ਕਿ ਦਿੱਲੀ ਤੋਂ ਇਹ ਸੁੰਦਰੀ ਜੀ ਅਤੇ ਸਾਹਿਬ ਦੇਵਾਂ ਜੀ, ਸਾਹਿਬਜ਼ਾਦਿਆਂ ਦੇ, ਇਹਨਾਂ ਨੂੰ ਬੁਲਾਇਆ ਗਿਆ। ਭਾਈ ਮਨੀ ਸਿੰਘ ਨੂੰ ਸੱਦੇ ਭੇਜੋ ਸਾਰੇ ਪਾਸੇ। ਉੱਥੇ ਸਤਿਗੁਰ ਨੇ ਕਿਹਾ ਕਿ ਮੇਰੇ ਪਿਆਰੇ ਰਾਮੇ ਅਤੇ ਤ੍ਰਿਲੋਕੇ ਨੂੰ ਬੁਲਾਓ। ਅਤੇ ਸਿੱਖ ਕਹਿੰਦੇ ਇਹ ਕੌਣ ਨੇ? ਇਹ ਤਾਂ ਨਾਮ ਵੀ ਨਹੀਂ ਸੁਣਿਆ। ਕਹਿੰਦੇ ਜਿਨ੍ਹਾਂ ਨੇ ਸਬਰ ਦੀ ਸਾਬਰੀ ਕਮਾਤੀ ਹੈ ਨਾ, ਕਹਿੰਦੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ। ਅਤੇ ਸਿੱਖਾਂ ਨੇ ਪੁੱਛਿਆ, ਭਾਈ ਦਇਆ ਸਿੰਘ ਨੇ, ਭਾਈ ਮਾਨ ਸਿੰਘ ਨੇ, ਅਤੇ ਉੱਥੇ ਭਾਈ ਦਇਆ ਸਿੰਘ ਕਹਿੰਦੇ ਸਤਿਗੁਰੂ ਜੀ ਇਹ ਕੌਣ ਨੇ? ਨਾ ਇਹ ਕਦੀ ਅਨੰਦਪੁਰ ਸਾਹਿਬ ਦੇ ਦਰਬਾਰ ਆਏ, ਨਾ ਅਸੀਂ ਭਰੇ ਦਰਬਾਰਾਂ 'ਚ ਇਹਨਾਂ ਨੂੰ ਦੇਖਿਆ, ਨਾ ਇਹਨਾਂ ਨੂੰ ਚਮਕੌਰ ਦੀ ਜੰਗ, ਇਹ ਕੌਣ ਨੇ? ਸਤਿਗੁਰੂ ਜੀ ਕਹਿੰਦੇ ਜਿਸ ਦਿਨ ਆਉਣਗੇ ਨਾ ਤੁਹਾਨੂੰ ਦੱਸਾਂਗੇ ਸਬਰ ਤੋਂ ਸਾਬਰੀ ਕੌਣ ਕਮਾਉਂਦਾ। ਜਿਸ ਦਿਨ ਉਹ ਭਰੇ ਦਰਬਾਰ 'ਚ ਆਏ ਰਾਮਾ ਅਤੇ ਤਰਲੋਕਾ, ਸਤਿਗੁਰੂ ਜੀ ਨੇ ਘੁੱਟ ਕੇ ਗਲਵਕੜੀ ਲਾਈ ਉਹਨਾਂ ਨੂੰ। ਸਤਿਗੁਰੂ ਜੀ ਕਹਿੰਦੇ ਸੇਵਾ ਤੁਸੀਂ ਕੀਤੀ ਹੈ, ਸੇਵਾ ਨੂੰ ਮੇਵਾ ਮਿਲਣਾ ਜ਼ਰੂਰ ਹੈ। ਕਹਿੰਦੇ ਪਰ ਜੇ ਤੁਸੀਂ ਜਿਹੜੀ ਸੇਵਾ ਕਰਕੇ ਇਹਨੂੰ ਜਰ ਗਏ ਹੋ ਨਾ, ਇਹ ਅਜਰ ਵਸਤੂ ਨੂੰ ਜਰ ਗਏ ਹੋ। ਕਹਿੰਦੇ ਜੇ ਨਾ ਜਰੀ ਹੁੰਦੀ ਤੇ ਫਿਰ ਕੁਝ ਨਾ ਕੁਝ ਦੇ ਕੇ ਤੋੜ ਦਿੰਦੇ। ਆਹ ਜਿਹੜਾ ਜਰ ਗਏ ਹੋ, ਤੁਹਾਡੀਆਂ ਕੁਲਾਂ ਨੂੰ ਮੈਂ ਰਾਜ ਦੇਵਾਂਗਾ। ਸਾਬਰੀ, ਸਬਰ ਕਮਾਉਣ ਵਾਲੇ ਨੂੰ ਗੁਰੂ ਰਾਜ ਦਿੰਦੇ ਆ। ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੋ, ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉਂ ਸਿਰ, ਮਨ ਤਨ ਆਗੇ ਰਾਖ ਕੈ ਉਹ ਵੀ ਸੇਵ ਕਰੇ। ਐਰਨ ਕਦੀ ਰੋਲਾ ਨਹੀਂ ਪਾਉਂਦਾ, ਹਥੌੜੇ ਦੀਆਂ ਸੱਟਾਂ ਜਰਦਾ, ਉਹ ਨਹੀਂ ਦੱਸਦਾ ਮੇਰੇ ਉੱਤੇ ਕਿੰਨੀਆਂ ਸੱਟਾਂ ਪਈਆਂ, ਮੈਂ ਕਿਹਨੂੰ ਕਿਹਨੂੰ ਢਾਲਿਆ, ਪਰ ਉਹ ਚੁੱਪ ਹੈ। ਤੇ ਜੇ ਚੁੱਪ ਹੈ ਤੇ ਫਿਰ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਆ ਜਿਵੇਂ ਆਪਣੇ ਜੀਵਨ ਨੂੰ ਸੰਭਾਲੇਗਾ, ਸ੍ਰਿਸ਼ਟੀ ਦਾ ਰਾਜ ਗੁਰੂ ਦੀ ਝੋਲੀ 'ਚ ਪਾਏਗਾ। ਤੇ ਰਾਮਾ ਤੇ ਤ੍ਰਿਲੋਕਾਂ ਨੂੰ ਸਤਿਗੁਰੂ ਜੀ ਨੇ ਗੁਰਜ ਦਿੱਤਾ ਆਪਣਾ। ਗੁਰਜ ਐਸਾ ਸ਼ਸਤਰ ਹੈ, ਦੁਨੀਆ ਦੇ ਸਾਰੇ ਸ਼ਸਤਰ ਖੁੰਡੇ ਹੋ ਸਕਦੇ ਰਣ ਤੱਤੇ ਦੇ ਵਿੱਚ, ਗੁਰਜ ਸ਼ਸਤਰ ਤੋੜ ਨਹੀਂ ਸਕਦਾ ਕੋਈ। ਫੌਲਾਦ ਦਾ ਬਣਿਆ ਹੋਇਆ ਉਸ ਸ਼ਸਤਰ ਦੇ ਦਰਸ਼ਨ ਦਾਸ ਨੇ ਸੰਗਰੂਰ ਦੇ ਵਿੱਚ ਨਾਨਕ ਆਣਾ ਸਾਹਿਬ ਗੁਰਦੁਆਰਾ ਹੈ, ਉੱਥੇ ਉਸ ਸ਼ਸਤਰ ਨੂੰ ਕਪੂਰਥਲਾ ਦੀ ਰਿਆਸਤ ਨੇ ਦਿੱਤਾ ਕਿ ਇਹ ਸ਼ਸਤਰ ਸਿੱਖਾਂ ਦਾ, ਸਿੱਖਾਂ ਦੀ ਰਿਆਸਤ ਦਾ, ਇਹ ਸਾਡੇ ਕੋਲ ਨਹੀਂ ਰਹੇਗਾ, ਇਹ ਸਿੱਖਾਂ ਦਾ ਹੋਏਗਾ ਤੇ ਸਿੱਖ ਦਰਸ਼ਨ ਕਰਨਗੇ। ਅੱਜ ਉਹ ਸ਼ਸਤਰ ਰਾਮਾ ਤੇ ਤਰਲੋਕਾ ਦੀ ਸੇਵਾ ਦੀ ਗਵਾਹੀ ਭਰਦਾ ਹੈ। ਉਹ ਸੇਵਾ ਜਿਹੜੀ ਚਮਕੌਰ ਦੀ ਗੜੀ ਵਿੱਚ ਕੀਤੀ, ਪਰ ਰਾਮਾ ਤੇ ਤਰਲੋਕਾ ਅੱਜ ਵੀ ਉਸ ਸ਼ਸਤਰ ਰਾਹੀਂ ਸਾਰੇ ਸਿੱਖ ਜਗਤ ਦੇ ਵਿੱਚ ਯਾਦ ਕੀਤੇ ਜਾਣਗੇ, ਕਿਉਂਕਿ ਉਹਨਾਂ ਨੇ ਸੇਵਾ ਕੀਤੀ। ਤੇ ਸੇਵਾ ਸੁਣੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ, ਸੇਵ ਕੀਤੀ ਸੰਤੋਖੀ। ਪੜ੍ਹ ਲਓ ਜੀ, ਸੇਵ ਕੀਤੀ ਜਿਨੀ ਸੱਚੋਂ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓਨ। ਜਪੋ ਉਨੀ ਮੰਦਾ ਪੈਰ, ਜਪੋ ਇੰਨੀ ਸੰਗਤ ਬੈਠੀ ਹੈ, ਜਪੋ ਉਨੀ ਮੰਦਾ ਪੈਰ ਨਾ। ਤੁਸੀਂ ਇੰਨਾ ਉੱਚਾ ਬੋਲੋ, ਮੇਰੀ ਆਵਾਜ਼ ਨਾ ਆਏ, ਤੁਸੀਂ ਇੰਨੇ ਸਾਰੇ ਹੋ। ਉਨੀ ਮੰਦਾ ਪੈਰ ਨਾ ਕਰ ਸੁਕ੍ਰਿਤ ਧਰਮ ਕਮਾਇਆ, ਕਰ ਸੁਕ੍ਰਿਤ। ਉਨੀ ਦੁਨੀਆ ਤੋੜੇ ਬੰਦਨਾ, ਉਨੀ ਦੁਨੀਆ ਤੋੜੇ ਬੰਦਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ। ਨਿਤ ਦੇਵਹਿ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ। ਅੱਜ ਵੀ ਸਿੱਖਾਂ ਨੇ ਪੁੱਛਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕਿਵੇਂ ਰਹੇ? ਭਾਈ ਡੱਲੇ ਨੇ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ 7-9 ਮਹੀਨਿਆਂ ਦਾ ਘੇਰਾ ਸਿੰਘ ਭੁੱਖੇ ਕਿਵੇਂ ਰਹੇ? ਕਹਿੰਦੇ ਇਹਨਾਂ ਨੇ ਸਬਰ ਕਮਾਇਆ। ਕਹਿੰਦੇ ਕਿਉਂ? ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ 'ਚ ਇੱਕ ਵੀ ਵੈਦ ਨਹੀਂ ਸੀ। ਤੁਸੀਂ ਹੈਰਾਨ ਹੋਵੋਗੇ ਜਾਣ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ੋਭਾ ਸੁਣ ਕੇ ਨਾ, ਸ਼ੋਭਾ ਸੁਣ ਕੇ ਈਰਾਨ ਦੀ ਧਰਤੀ ਤੋਂ, ਕਾਬੁਲ ਈਰਾਨ ਦੀ ਧਰਤੀ ਤੋਂ ਇੱਕ ਰਾਜੇ ਨੇ, ਰਿਆਸਤ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਵੈਦ ਭੇਜਿਆ ਸੀ ਕਿ ਤੂੰ ਆਨੰਦਪੁਰ ਸਾਹਿਬ ਦੇ ਵਿੱਚ ਸਿੱਖਾਂ ਦੀ ਸੇਵਾ ਕਰ। ਉਹ ਵੈਦ ਆਨੰਦਪੁਰ ਸਾਹਿਬ 1 ਸਾਲ ਰਿਹਾ, ਕੋਈ ਉਹਦੇ ਕੋਲ ਨਹੀਂ ਆਇਆ। ਥੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਪਹੁੰਚਿਆ। ਸਤਿਗੁਰੂ ਜੀ, ਮੈਂ ਫਲਾਣੀ ਰਿਆਸਤ ਤੋਂ ਆਇਆ, ਮੈਨੂੰ ਆਪ ਸਿੱਖਾਂ ਦੀ ਸੇਵਾ ਲਈ ਭੇਜਿਆ ਸੀ, ਪਰ ਮੈਂ ਇੱਕ ਦੀ ਸੇਵਾ ਵੀ ਨਹੀਂ ਕਰ ਸਕਿਆ। ਇੱਥੇ ਕੋਈ ਵੀ ਬਿਮਾਰ ਨਹੀਂ ਹੋਇਆ, ਕਿਉਂ? ਮਹਾਰਾਜ ਜੀ ਨੇ ਜਿਹੜਾ ਉੱਤਰ ਦਿੱਤਾ ਸੀ, ਇਹ ਹੈ ਪਰਚੀ ਪਾਤਸ਼ਾਹੀ 10ਵੀਂ ਕੀ। ਆ ਜਿਹੜੇ ਇਤਿਹਾਸਕ ਸਰੋਤ ਨੇ, ਮਹਾਰਾਜ ਕਹਿੰਦੇ ਮੇਰੇ ਸਿੱਖ ਇਸ ਲਈ ਨਹੀਂ ਬਿਮਾਰ ਹੁੰਦੇ ਕਿਉਂਕਿ ਜਦ ਇਹਨਾਂ ਨੂੰ ਭੁੱਖ ਲੱਗਦੀ ਹੈ ਤਾਈਓਂ ਖਾਂਦੇ ਨੇ। ਆ ਭੇਤ ਸਮਝ ਲਿਓ। ਆ 2 ਚੀਜ਼ਾਂ ਸਤਿਗੁਰੂ ਜੀ ਨੇ ਸਾਧੀਆਂ ਨੇ। ਕਹਿੰਦੇ ਇੱਕ ਜ਼ੁਬਾਨ ਜਿਹੜੀ ਕੌੜਾ ਨਹੀਂ ਬੋਲੇਗੀ, ਉਹ ਜ਼ੁਬਾਨ ਸਦਾ ਹੀ ਜੀਵਤ ਰਹੇਗੀ। ਇੱਕ ਜ਼ੁਬਾਨ
ਜਿਹੜੀ ਰਸਾਂ ਕਸਾਂ ਤੋਂ ਉੱਠ ਜਾਏਗੀ, ਉਹਦਾ ਤਨ ਕਦੀ ਪੀੜਾ ਨਹੀਂ ਹੋਏਗਾ, ਬਿਮਾਰ ਨਹੀਂ ਹੋਏਗਾ। ਇਸ ਕਰਕੇ ਉਨੀ ਮੰਦਾ ਪੈਰ ਨਾ ਰੱਖਿਓਨ ਕਰ ਸੁਕ੍ਰਿਤ, ਧਰਮ ਕਮਾਇਆ ਜਪੋ ਜੀ। ਉਨੀ ਦੁਨੀਆ ਤੋੜੈ ਬੰਦਨਾ, ਅਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵਹਿ, ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ। ਇਹ ਹੈ ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ। ਹੁਰਮਤ ਤਿਸਨੋ ਅਗਲੀ, ਉਹ ਵਜੋ ਵੀ ਦੂਣਾ ਖਾਏ। ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜੋ ਗਵਾਏ ਅਗਲਾ, ਮੋਹਿ ਮੋਹ ਪਾਣਾ ਖਾਏ। ਇਸ ਕਰਕੇ ਗੁਰੂ ਕੇ ਸਿੱਖੋ, ਜਿਨੇ ਸਭ ਕੁਝ ਦਿੱਤਾ ਹੈ ਨਾ, ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸ਼ਾਬਾਸ਼। ਨਾਨਕ ਹੁਕਮ ਨਾ ਚੱਲੀ, ਨਾਲ ਖਸਮ ਚੱਲੈ। ਆਖਰੀ ਬਚਨ ਭਾਈ ਗੁਰਦਾਸ ਜੀ ਦਾ ਕਰਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਅੱਜ ਸਾਹਿਬਜ਼ਾਦਿਆਂ ਤੋਂ ਥੋੜਾ ਜਿਹਾ ਅਸੀਂ ਇਤਿਹਾਸ ਉਹਨਾਂ ਪੰਨਿਆਂ ਨੂੰ ਛੂਹਿਆ ਜਿਨ੍ਹਾਂ ਨੇ ਸਿੱਖਾਂ ਦੀ, ਗੁਰਸਿੱਖਾਂ ਦੀ, ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ। ਕਿਉਂਕਿ ਆਣਾ ਟੋਡਰਮਲ ਵੱਲ ਵੀ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਅਸੀਂ ਸਾਰੇ ਯਾਦ ਕਰਦੇ ਹਾਂ, ਪਰ ਵੱਡੇ ਸਾਹਿਬਜ਼ਾਦਿਆਂ ਲਈ ਸ਼ਰਨ ਕੌਰ ਤੇ ਰਾਮਾ ਤਿਰਲੋਕਾ ਕਦੀ ਨਹੀਂ ਭੁੱਲਣਗੇ। ਇਹ ਭਾਈ ਰਾਮ ਸਿੰਘ ਤੇ ਭਾਈ ਤਿਰਲੋਕ ਸਿੰਘ ਸਾਬੋ ਕੀ ਤਲਵੰਡੀ ਤੋਂ ਗੁਰੂ ਕੀ ਪਹੁਲ ਲੈ ਕੇ ਤੁਰੇ ਨੇ, ਤੇ ਫਿਰ ਇਹਨਾਂ ਨੇ ਆਪਣੀ ਰਿਆਸਤਾਂ ਦਾ ਰਾਜ ਸਥਾਪਿਤ ਕੀਤਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਇੱਕ ਬਚਨ ਲਿਖਦੇ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਕਹਿੰਦੇ, ਜੇ ਸੇਵਕੀ ਕਮਾਉਣੀ ਹੈ ਨਾ, ਫਿਰ ਕਮਾਓ, ਪਹਿਲਾਂ ਹੀ ਮਰ ਜਾਓ, ਪਹਿਲਾਂ ਹੀ ਗੁਰੂ ਦੇ ਹੁਕਮ ਵਿੱਚ ਮਰ ਜਾਓ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁਖ ਹੋਵਣਾ। ਜਿਹੜਾ ਸਬਰ ਕਮਾਣਾ ਸਿੱਖ ਗਿਆ, ਸਾਬਰ ਜਿਹੜਾ ਗੁਰੂ ਤੇ ਵਿਸ਼ਵਾਸ ਰੱਖਦਾ, ਸਿਦਕ ਕਹਿੰਦੇ ਉਹ ਸ਼ਹੀਦ ਹੋ ਗਿਆ ਗੁਰੂ ਤੋਂ, ਉਹ ਜਿਉਂਦੇ ਜੀ ਸ਼ਹੀਦ ਹੋ ਗਿਆ। ਭਾਈ ਗੁਰਦਾਸ ਜੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁਖ ਹੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁਖ ਨਾ ਨੀਂਦ ਨਾ ਖਵਾਣਾ ਸੋਵਣਾ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਉਹ ਗੁਰੂ ਕੇ ਸਿੱਖੋ, ਇਹਨਾਂ ਦਿਨਾਂ 'ਚ ਸੰਜੀਦ ਹੋ ਜਾਓ। ਨਾ ਉੱਚਾ ਹੱਸੋ, ਨਾ ਉੱਚਾ ਬੋਲੋ, ਨਾ ਕੋੜਾ ਬੋਲੋ, ਨਾ ਗਾਲੀ ਹੋਚੀਆਂ ਮੂੰਹ ਤੋਂ ਨਿਕਾਲੋ। ਜੇ ਬੋਲਣਾ ਹੈ ਬਾਬਾ, ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਪ੍ਰਭੂ ਦਾ ਨਾਮ ਜਪੋ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ। ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਕੁਦਰਤ ਕੀਮ ਨਾ ਜਾਣਿਆ, ਵੱਡਾ ਵੇ ਪਰਵਾਹ। ਕਰ ਬੰਦੇ ਤੂੰ ਬੰਦਗੀ, ਜੇ ਚਰ ਘਟ ਮੈਂ ਸਾਹ ਜਪੋ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਗਾ ਜਾਏ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਦਿਨ ਵੀ ਗਾਵੋ ਰੈਣੀ ਗਾਵੋ, ਦਿਨ ਰਾਤੀ ਗਾਓ, ਉਹਨੂੰ ਸਦਾ ਹੀ ਗਾਓ। ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਪ੍ਰਭ ਬਾਣੀ ਸ਼ਬਦ ਸੁਭਾਕਿਆ। ਅੱਜ ਵੀ ਜੇ ਮਨ ਦੇ ਅੰਦਰ ਸੇਵਾ ਦਾ ਚਾਉ ਪੈਦਾ ਹੋਏ, ਤੇ ਭਾਈ ਤਿਰਲੋਕੇ ਰਾਮੇ ਨੂੰ ਤੇ ਬੀਬੀ ਸ਼ਰਨ ਕੌਰ ਨੂੰ ਯਾਦ ਕਰਿਓ, ਤਾਂ ਫਿਰ ਸੇਵਕ ਦੀ ਪਰਿਭਾਸ਼ਾ ਦੇ ਨਾਲ ਸੇਵਾ ਕਰਿਓ। ਪਰ ਇੱਥੇ ਚਾਕਰ ਉਹ ਨਹੀਂ ਹੈ। ਚਾਕਰ ਲੱਗੇ ਚਾਕਰੀ, ਨਾਲੇ ਗਾਰਬ ਗਾਰਬਵਾਦ ਕਹਿ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਣ। ਨਾਨਕ ਜਿਸਨੋਂ ਲੱਗਾ ਤਿਸ ਮਿਲੈ। ਸੇਵਾ ਦਾ ਸਿਖਰ ਇਹ ਹੈ, ਜਿਹਦੀ ਸੇਵਾ ਕਰ ਰਹੇ ਹੋ ਉਹਦੇ ਵਿੱਚ ਇਕਮਿਕ ਹੋ ਜਾਓ। ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਫਿਰ ਉਹ ਪ੍ਰਵਾਨ ਹੁੰਦਾ ਹੈ। ਅੱਜ ਮੈਨੂੰ ਖਿਮਾ ਬਖਸ਼ਿਓ, ਕਿਉਂਕਿ ਮੇਰਾ ਮਨ ਸੀ ਕਿ ਇਹਨਾਂ ਦੇ ਦਰਸ਼ਨ ਜ਼ਰੂਰ ਕਰੀਏ ਇਤਿਹਾਸ ਦੇ ਵਿੱਚ। ਇੱਕ ਸਿੱਖਣੀ ਹੋਰ ਹੈ। ਪਹਾੜੀ ਰਿਆਸਤਾਂ ਦੀ ਉਹ ਕੁੜੀ ਹੈ, ਰਾਜਪੂਤਾਨੇ ਦੀ, 22 ਧਾਰ ਦੇ ਰਾਜਿਆਂ ਦੀ ਉਹ ਧੀ ਹੈ। ਇੱਕ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਗਈ ਸੀ। ਬਿਲਾਸਪੁਰ ਤੋਂ ਦਾਸੀ, ਜਿਹੜੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਜਿਹੜੀ ਖਿਡਾਵਣ ਸੀ ਨਾ, ਜਿਹੜੀ ਉਹਦੀ ਨੈਣੀ ਸੀ, ਬੱਚਿਆਂ ਦੀ ਬੇਬੀ ਸਿਟਰ ਸੀ, ਉਹ ਬਿਲਾਸਪੁਰ ਦੀ ਰਿਆਸਤ ਦੀ ਸੀ ਬੀਬੀ। ਜਿਸ ਦਿਨ ਉਹ ਛੁੱਟੀਆਂ ਕੱਟਣ, ਜਦ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ, ਉਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਉਹ ਆਪਣੇ ਘਰ ਗਈ ਹੈ। ਤੇ ਉਸੀ ਰਿਆਸਤ ਦੀ ਇੱਕ ਕੁੜੀ ਕਹਿੰਦੀ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੀ ਬੜੀ ਸ਼ੋਭਾ ਸੁਣੀ ਹੈ, ਤੂੰ ਮੈਨੂੰ ਦੱਸ। ਤੇ ਉਹ ਦਾਸੀ ਪਤਾ ਕੀ ਕਹਿੰਦੀ? ਕਹਿੰਦੇ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਕਹਿੰਦੀ ਮੈਂ ਸ਼ੋਭਾ ਨਹੀਂ ਦੱਸ ਸਕਦੀ, ਕਹਿੰਦੇ ਉਹ ਤੇ ਦੇਖਿਆ ਹੀ ਜਾ ਸਕਦਾ। ਕਹਿੰਦੇ ਫਿਰ ਮੈਨੂੰ ਲੈ ਕੇ ਚਲੀ। ਉਹ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੀ ਹੈ, ਤੇ ਫਿਰ ਭਾਈ ਸੰਗਤ ਸਿੰਘ ਜਿਹੜੇ ਅੱਜ ਸ਼ਹੀਦ ਹੋਏ ਨੇ, ਉਹਦਾ ਸੀਸ ਵੀ ਉਹੀ ਸਾਂਭਦੀ ਹੈ। ਉਹ ਸਾਖੀ, ਕਿਉਂਕਿ ਜਿਸ ਦਿਨ ਬਿਲਾਸਪੁਰ ਦੀ ਰਿਆਸਤ ਦੇ ਵਿੱਚ, ਕਿਉਂਕਿ ਉਹਦੇ ਕਈ ਨਾਮ ਮਿਲਦੇ ਨੇ, ਕਿਉਂਕਿ ਉਹ ਹਿੰਦੂਆਂ ਦੀ ਕੁੜੀ ਸੀ,
ਉਹਦਾ ਨਾਮ ਜਿਹੜਾ ਹਿੰਦਵੀ ਨਾਮ ਸੀ, ਪਰ ਜਦ ਵਜ਼ੀਰ ਖਾਂ ਨੇ, ਕਿਉਂਕਿ ਜਦ ਉਹਦਾ ਵਿਆਹ ਹੋਇਆ ਤੇ ਉਹਦਾ ਡੋਲਾ ਨਿਕਲਣਾ ਸੀ ਸਰਹੰਦ ਤੋਂ, ਵਜ਼ੀਰ ਖਾਂ ਨੇ ਉਹਦਾ ਡੋਲਾ ਲੁੱਟਿਆ। ਬੜੀ ਖੂਬਸੂਰਤ ਉਹ ਕੁੜੀ ਸੀ, ਬੜੀ ਖੂਬਸੂਰਤ ਔਰਤ ਸੀ, ਉਹਦੇ ਨਾਲ ਧੱਕੇ ਨਾਲ ਉਸੀ ਰਾਤ ਨਿਕਾਹ ਕਰਾਇਆ ਤੇ ਉਹਦਾ ਨਾਮ ਜ਼ਕੀਨਾ ਰੱਖਿਆ। ਤੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਸੀ। ਅੱਜ ਭਾਈ ਸੰਗਤ ਸਿੰਘ ਦਾ ਸੀਸ ਵੱਢਿਆ ਗਿਆ, ਭਾਈ ਸੰਗਤ ਸਿੰਘ ਸ਼ਹੀਦ ਹੋਏ। ਅੱਜ ਦੇ ਦਿਨ ਭਾਈ ਸੰਗਤ ਸਿੰਘ ਜੀ ਦਾ ਸੀਸ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਲੈ ਕੇ ਗਏ ਦਰਬਾਰ 'ਚ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੜ੍ਹਾਉਣ ਵਾਲਾ ਜਿਹੜਾ ਇਮਾਮ ਗੁਰੂ ਸਾਹਿਬ ਜੀ ਦੇ ਘਰ ਜਾਂਦਾ ਸੀ, ਉਹਨੂੰ ਸੱਦਿਆ ਗਿਆ। ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਹੈ। ਉਹਨੇ ਕਿਹਾ ਉਹੀ ਹੈ, ਕਲਗੀ ਉਹੀ ਹੈ। ਪਰ ਵਜ਼ੀਰ ਖਾਂ ਕਹਿੰਦਾ ਨਹੀਂ। ਉਹਨੇ ਜ਼ਕੀਨਾ ਨੂੰ ਬੁਲਾਇਆ, ਜ਼ਕੀਨਾ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੈ, ਤੂੰ ਦੱਸ। ਕਿਉਂਕਿ ਅੱਜ ਸਾਰਾ ਦਿਨ ਵਜ਼ੀਰ ਖਾਂ ਦੇ ਦਰਬਾਰ ਦੇ ਵਿੱਚ ਮदिरा ਚਲੀ ਹੈ। ਅੱਜ ਸਾਰਾ ਦਿਨ ਖੁਸ਼ੀਆਂ ਮਨਾਈਆਂ ਗਈਆਂ ਕਿ ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰਤਾ, ਗੁਰੂ ਗੋਬਿੰਦ ਸਿੰਘ ਦਾ ਸੀਸ ਵੱਢਤਾ। ਚਿੱਠੀ ਤੱਕ ਘਲਤੀ ਗਈ ਔਰੰਗਜ਼ੇਬ ਨੂੰ ਕਿ ਗੁਰੂ ਗੋਬਿੰਦ ਸਿੰਘ, ਪਰ ਚਿੱਠੀ ਘਲਣ ਲੱਗਿਆਂ ਵਜ਼ੀਰ ਖਾਂ ਕਹਿੰਦਾ ਇੱਕ ਵਾਰੀ ਹੋਰ ਮੇਰੀ ਤਸੱਲੀ ਕਰਾਓ, ਜ਼ਕੀਨਾ ਨੂੰ ਲੈ ਕੇ ਆਓ। ਕਹਿੰਦੇ ਤੂੰ ਦੱਸ ਇਹ ਕਿਹਦਾ ਸੀਸ ਹੈ? ਤੇ ਜ਼ਕੀਨਾ ਨੇ ਕਿਹਾ ਕਲਗੀ ਗੁਰੂ ਗੋਬਿੰਦ ਸਿੰਘ ਦੀ ਹੈ, ਪਰ ਨੂਰ ਗੁਰੂ ਗੋਬਿੰਦ ਸਿੰਘ ਵਾਲਾ ਨਹੀਂ ਹੈ, ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹਦਾ ਸੀਸ ਕੀ, ਉਹਦਾ ਮੱਥਾ ਕੀ, ਉਹਦੇ ਦਾੜੇ ਦਾ ਜਲੌ ਕੀ, ਉਹਦੀਆਂ ਅੱਖਾਂ ਖੁੱਲੀਆਂ ਕਰੋੜਾਂ ਸੂਰਜ ਤੇ ਚੰਦਰਮਾ ਦਾ ਚਾਨਣ ਹੈ, ਉਹਦੀਆਂ ਅੱਖਾਂ ਬੰਦ ਤੇ ਅਰਬਾਂ ਸੂਰਜ ਦਾ ਚਾਨਣ ਹੈ, ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ। ਕਹਿੰਦੇ ਕਲਗੀ, ਕਹਿੰਦੇ ਕਲਗੀ ਹੈ। ਉੱਥੇ ਜ਼ਕੀਨਾ ਨੇ ਉਹ ਜਿਹੜਾ ਗੁਰੂ ਸਾਹਿਬ ਦੇ ਸੀਸ ਦੀ ਪਰਖ ਕੀਤੀ ਨਾ, ਕਿਉਂਕਿ ਇਹ ਜਿਹੜੇ ਇਤਿਹਾਸ ਨੇ ਇਹ ਅਸੀਂ ਅਕਸਰ ਸਟੇਜ ਵਿੱਚੋਂ ਵਿਸਰ ਜਾਂਦੇ ਹਾਂ ਕਰਨੇ। ਅਸੀਂ ਸਾਹਿਬਜ਼ਾਦਿਆਂ ਦੇ ਸਾਰਿਆਂ ਦੇ ਬਹੁਤ ਮੁਬਾਰਕ ਹੈ, ਕਰਨੇ ਚਾਹੀਦੇ। ਭਾਈ ਇਹ ਕੜੀ ਨੇ, ਇਹ ਆਮ ਸਿੱਖ ਨੇ ਜਿਨ੍ਹਾਂ ਨੇ ਆਪਣੀ ਸਿੱਖੀ ਸਾਬਰੀ ਦੇ ਅੰਦਰ ਕਮਾਈ ਹੈ, ਲੁਕ ਕੇ ਪ੍ਰਗਟ ਹੋਏ ਬਿਨਾਂ ਕਮਾਈ ਹੈ। ਤੇ ਫਿਰ ਉਹਨੇ ਬੇਨਤੀ ਕੀਤੀ ਸੀ ਮੈਨੂੰ ਇੱਕ ਕਲਗੀ ਦੇ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਕਲਗੀ ਸੀ ਇਹ ਫਿਰ ਜ਼ਕੀਨਾ ਦੀ ਝੋਲੀ ਪਈ ਹੈ। ਵਜ਼ੀਰ ਖਾਂ ਨੇ ਕਿਹਾ ਸੀ ਕਲਗੀ ਤੂੰ ਇਹ ਸੀਸ ਵੀ ਲੈ ਲੈ। ਫਿਰ ਭਾਈ ਸੰਗਤ ਸਿੰਘ ਦਾ ਸੰਸਕਾਰ ਜ਼ਕੀਨਾ ਨੇ ਉਸੀ ਥਾਂ ਤੇ ਕੀਤਾ। ਆ ਜਿਹੜਾ ਭਾਈ ਸੰਗਤ ਸਿੰਘ ਜੀ ਦਾ ਇਤਿਹਾਸ ਹੈ, ਇੱਥੋਂ ਇਹ ਸੰਪੂਰਨ ਹੁੰਦਾ ਹੈ। ਅੱਜ ਸਮਾਂ ਸਮਾਪਤ ਹੈ। ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ। ਕੱਲ੍ਹ ਦਾ ਇਤਿਹਾਸ ਬਹੁਤ ਜ਼ਿਆਦਾ ਛੋਟੇ ਸਾਹਿਬਜ਼ਾਦਿਆਂ ਦਾ ਬਹੁਤ ਗਮਗੀਨ ਅਤੇ ਬਹੁਤ ਦਿਲਸ਼ਾਦ ਕਰਨ ਵਾਲਾ ਹੈ। ਬਹੁਤ ਜ਼ਿਆਦਾ ਮਨ ਦੇ ਅੰਦਰ ਐਸੀ ਭਾਵਨਾ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਦਿਲਗੀਰ ਨਾ ਹੋਇਓ। ਬਸ ਕੱਲ੍ਹ ਸੱਚੀ ਮੁੱਚੀ ਅਸੀਂ ਦਿਲਗੀਰ ਹੋ ਜਾਵਾਂਗੇ ਜਦ ਸਾਹਿਬਜ਼ਾਦਿਆਂ ਦੀ ਉਹ ਗੱਲਾਂ ਸੁਣਾਂਗੇ ਛੋਟਿਆਂ ਦੀ। ਸੋ ਸਾਰੇ ਵੱਧ ਚੜ੍ਹ ਕੇ ਆਇਓ। ਦਾਸ ਵੀ ਕੋਸ਼ਿਸ਼ ਕਰੇਗਾ ਕੱਲ੍ਹ ਸਮੇਂ ਸਿਰ ਆ ਕੇ ਆਪ ਸੰਗਤਾਂ ਦੀ ਸੇਵਾ ਕਰੇ, ਕਿਉਂਕਿ ਭੱਜ ਕੇ ਆਉਂਦਾ ਦਾਸ ਵੀ ਉੱਥੋਂ ਰਜ਼ੋਰੀ ਗਾਰਡਨ। ਹੁਣ ਆ ਦਿਨ ਇਸ ਤਰ੍ਹਾਂ ਦੇ ਆ ਗਏ, ਟ੍ਰੈਫਿਕ ਬੜਾ ਹੁੰਦਾ। ਪਹਿਲਾਂ ਮੈਂ ਸੋਚਿਆ ਸੀ ਕਿ ਪਹੁੰਚ ਜਾਵਾਂਗੇ ਸਮੇਂ 'ਚ, ਪਰ ਟ੍ਰੈਫਿਕ ਕਰਕੇ, ਪਰ ਦਾਸ ਪੂਰੀ ਕੋਸ਼ਿਸ਼ ਕਰ ਰਿਹਾ ਸਮੇਂ ਸਿਰ ਆਪ ਸੰਗਤਾਂ ਦੀ ਸੇਵਾ ਕਰ ਸਕੀਏ। ਸਮੁੱਚੇ ਤੌਰ 'ਤੇ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।